ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਪਤਿਤ ਪਾਵਨ ਭਗਤ ਵਛਲ ਗਰੀਬ ਨਿਵਾਜ ਦੀਨਾ ਬੰਧੂ, ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਵਾਲੀ ਸ਼ਬਦਾ ਅਵਤਾਰ। ਲੋਕ ਪਰਲੋਕ ਕੇ ਰਖਿਅਕ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ, ਜੋ ਪਿਛਲੇ ਦਿਨਾਂ ਤੋਂ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਗਤੀ ਰੂਪ ਵਿੱਚ ਦੁਸਹਿਰਾ ਸਮਾਗਮ ਅਤੇ ਸ਼੍ਰੋਮਣੀ ਅਕਾਲੀ ਬੁੱਢਾ ਦਲ ਜਥੇਦਾਰ ਬਾਬਾ ਪ੍ਰੇਮ ਸਿੰਘ ਜੀ ਮਹਾਂਪੁਰਸ਼, ਤਿਨਾਂ ਦੀ ਬਰਸੀ ਨੂੰ ਸਮਰਪਿਤ ਹੁੰਦਿਆਂ ਹੋਇਆਂ ਸਮਾਗਮ ਆਰੰਭੇ ਸਨ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਮਾਗਮਾਂ ਦੀ ਸਮਾਪਤੀ ਹੋਈ ਹੈ। ਉਪਰੰਤ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁੰਦਰ ਦੀਵਾਨ ਸੱਜੇ ਨੇ। ਗੁਰੂ ਪਿਆਰ ਵਾਲਿਆਂ ਪਾਸੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਸਤਿਗੁਰੂ ਜੀ ਦੀ ਦਇਆ ਦੇ ਨਾਲ ਦਾਸ ਨੂੰ ਵੀ ਹਾਜ਼ਰੀ ਭਰਨ ਦਾ ਇਹ ਸਮਾਂ ਪ੍ਰਾਪਤ ਹੋਇਆ ਹੈ। ਆਓ ਸਤਿਗੁਰੂ ਜੀ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਸਮੂਹ ਸੰਗਤਾਂ ਰਸਨਾ ਦੀ ਸਾਂਝ ਬਣਾਈਏ, ਗੁਰੂ ਕੀ ਫਤਿਹ ਬੁਲਾਈਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਕੋਨੇ-ਕੋਨੇ ਅੰਦਰ ਜਿੱਥੇ ਵੀ ਕਿਤੇ ਭਾਰਤ ਵੰਸ਼ ਦਾ ਜੀਵ ਰਹਿੰਦਾ ਹੈ, ਅੱਜ ਦੇ ਦਿਨ ਦੁਸ਼ਹਿਰੇ ਦੇ ਰੂਪ ਵਿੱਚ ਇਹ ਮਨਾਉਂਦਾ ਹੈ। ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਸਿੱਖ ਹੈ, ਦੁਸ਼ਹਿਰਾ ਜ਼ਰੂਰ ਮਨਾਉਂਦਾ ਹੈ। ਹਿੰਦੂ ਧਰਮ ਦੇ ਵਿੱਚ ਦੁਸ਼ਹਿਰਾ ਮਨਾਉਣ ਦੀ ਰੀਤ ਇੱਕ ਨਿਵੇਕਲੀ ਹੈ, ਵੱਖਰੀ ਹੈ। ਸਿੱਖ ਧਰਮ ਦੇ ਅੰਦਰ ਦੁਸ਼ਹਿਰਾ ਮਨਾਉਣ ਦੀ ਮਰਿਆਦਾ ਸਾਰਿਆਂ ਨਾਲੋਂ ਨਿਵੇਕਲੀ ਹੈ। ਅੱਜ ਆਪਾਂ ਦੇਖਾਂਗੇ
ਸੁਣਾਂਗੇ, ਸਮਝਾਂਗੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸਾਨੂੰ ਕੀ ਨਿਵੇਕਲਾਪਨ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕੀ ਮਰਿਆਦਾ ਸਾਡੇ ਵਾਸਤੇ ਬਣਾਈ ਹੈ। ਸਨਾਤਨ ਕਾਲ ਤੋਂ ਹਿੰਦੂ ਧਰਮ ਦੇ ਵਿੱਚ ਇਸ ਦਿਨ ਨੂੰ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸਿੱਖ ਧਰਮ ਦੇ ਵਿੱਚ ਕੀ ਨਿਵੇਕਲਾਪਨ ਇੱਕ ਪੈਦਾ ਕੀਤਾ, ਕੀ ਨਵੀਨ ਕਰਮ ਕੀਤਾ ਹੈ। ਜਿੱਥੇ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਦਾਸ ਨੂੰ ਵੀ ਸੁਭਾਗ ਪ੍ਰਾਪਤ ਹੋਇਆ ਸੀ 2 ਵਾਰੀ ਹਜੂਰ ਸਾਹਿਬ ਮਹਾਂਪੁਰਖਾਂ ਦੇ ਨਾਲ ਬੈਠ ਕੇ ਬਚਨ ਬਿਲਾਸ ਕਰਨ ਦਾ। ਇੱਕ ਵਾਰੀ ਮੈਨੂੰ ਯਾਦ ਹੈ, ਮੈਂ ਇੱਧਰ ਕੈਨੇਡਾ ਆਉਣ ਤੋਂ ਪਹਿਲਾਂ 2 ਸਾਲ ਪਹਿਲਾਂ ਮੈਂ ਹਜੂਰ ਸਾਹਿਬ ਗਿਆ ਸੀ। ਮਹਾਂਪੁਰਖਾਂ ਦੇ ਨਾਲ ਮੈਂ ਬੈਠਾ। ਅਸਲ ਵਿੱਚ ਬਾਬਾ ਜੀ ਨੇ ਹਰਨ ਰੱਖੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਦੇਖਦਾ ਸੀ। ਬਾਬਾ ਜੀ ਵੀ ਆ ਗਏ ਤੇ ਬਾਬਾ ਜੀ ਮੈਨੂੰ ਦੇਖੀ ਜਾਣ ਤੇ ਮੈਂ ਹਰਨ ਦੇਖੀ ਜਾਵਾਂ। ਜਦੋਂ ਮੈਂ ਵਾਪਸ ਪਰਤਿਆ ਤੇ ਬਾਬਾ ਜੀ ਨੇ ਬੁਲਾ ਲਿਆ, ਕਹਿੰਦੇ ਸਿੰਘਾ ਜਲ ਪਾਣੀ ਛਕਿਆ। ਮੈਂ ਕਿਹਾ ਬਾਬਾ ਜੀ ਮੈਂ ਪ੍ਰਸ਼ਾਦਾ ਪਾਣੀ ਲੰਗਰ ਸਾਹਿਬ ਤੋਂ ਛਕ ਕੇ ਆਇਆ ਸੀ, ਅਜੇ ਦਰਸ਼ਨ ਮੇਲੇ ਕਰਦਾ। ਮਾਤਾ ਸਾਹਿਬ ਦੇਵਾ ਕੌਰ ਜੀ ਦੇ ਸਥਾਨ ਦੇ ਆਪ ਜੀ ਦੇ ਦਰਸ਼ਨ ਹੋ ਗਏ ਨੇ। ਉਸੇ ਵਕਤ ਇੱਕ ਸਿੰਘ ਨੂੰ ਭੇਜਿਆ, ਸ਼ਰਦਾਈ ਦਾ ਬਾਟਾ ਮੈਨੂੰ ਛਕਾਇਆ। ਬਾਬਾ ਜੀ ਬੈਠ ਕੇ ਦਮਾਲਾ ਸਜਾਉਣ ਲੱਗ ਗਏ। ਛੋਟਾ ਜਿਹਾ ਚੰਗੂਠਾ ਬੰਨਿਆ ਸੀ ਤੇ ਦਮਾਲਾ ਬੜੀ ਰੀਝ ਨਾਲ ਸਜਾ ਰਹੇ ਸਨ। ਮੈਂ ਬੈਠਾ ਦੇਖੀ ਜਾਵਾਂ, ਸਾਰਾ ਦਮਾਲਾ ਸਜਾ ਲਿਆ, ਕੋਈ ਸ਼ੀਸ਼ਾ ਨਹੀਂ ਰੱਖਿਆ, ਕੋਈ ਕੁਛ ਨਹੀਂ ਰੱਖਿਆ। ਬੜਾ ਸੁੰਦਰ ਦਮਾਲਾ ਸਜਾਇਆ, ਬੜਾ ਉੱਚਾ ਦਮਾਲਾ ਸਜਾਉਂਦੇ ਸੀ। ਮੈਨੂੰ ਕਹਿੰਦੇ ਸਿੰਘਾ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਦਾਤਾਂ ਬਖਸ਼ੀਆਂ ਨੇ। ਇਹ ਉੱਚੇ ਦਮਾਲੇ ਸਾਡੇ ਉੱਚਾ ਆਚਰਣ ਦੀ ਨਿਸ਼ਾਨੀ ਹਨ। ਜਿੰਨਾ ਦਮਾਲਾ ਸੋਹਣਾ ਸਜਾਇਆ ਹੋਵੇਗਾ ਔਰ ਕਲਗੀਧਰ ਪਾਤਸ਼ਾਹ 6ਵੇਂ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਸਜਾਇਆ ਹੋਵੇਗਾ, ਅੰਦਰ ਦੀ ਮੈਲ ਨਿਕਲਦੀ ਜਾਂਦੀ ਹੈ। ਇੱਕ ਬਾਹਰੀਕਰਨ ਦੱਸਦਿਆਂ ਅੰਤਰੀਵ ਅਰਥ ਮੈਨੂੰ ਦੱਸੀ ਜਾਂਦੇ ਸੀ ਕਿ ਇਸ ਦਸਤਾਰ ਦਾ ਮਤਲਬ ਕੀ ਹੁੰਦਾ ਹੈ, ਦਸਤਾਰ ਕਿਉਂ ਸਜਾਈ ਜਾਂਦੀ ਹੈ। ਉਹ ਮੇਰੇ ਅੰਦਰ ਇੱਕ ਪੱਕੇ ਤੌਰ ਤੇ ਪੂਰਨੇ ਪਾ ਰਹੇ ਸਨ। ਬੜੇ ਇਹ ਅਨਮੋਲ ਬਚਨ ਜਿਹੜੇ ਸਾਨੂੰ ਕਿਤੇੋਂ ਵੀ ਪ੍ਰਾਪਤ ਨਹੀਂ ਹੁੰਦੇ ਨਾ, ਇਹ ਸਾਧੂਆਂ ਦੀ ਸੰਗਤ ਤੋਂ, ਮਹਾਂਪੁਰਸ਼ਾਂ ਦੀ ਸੰਗਤ ਤੋਂ ਪ੍ਰਾਪਤ ਹੁੰਦੇ ਨੇ। ਸਾਧੂਆਂ ਦੀ ਸੰਗਤ ਕਰਨ ਦੇ ਨਾਲ, ਮਹਾਂਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ ਜੀਵਨ ਐਵੇਂ ਘੜਿਆ ਜਾਂਦਾ ਜਿਵੇਂ ਕਿਸੇ ਕਾਰਖਾਨੇ ਦੇ ਵਿੱਚ ਟਕਸਾਲਾਂ ਦੇ ਵਿੱਚ ਸਿੱਕੇ ਘੜੇ ਜਾਂਦੇ ਨੇ ਨਾ, ਐਵੇਂ ਜੀਵਨ ਆਪਣੇ ਆਪ ਹੀ ਆਪ ਮੁਹਾਰੇ ਹੀ ਘੜਿਆ ਜਾਂਦਾ ਹੈ। ਕਿਸੇ ਨੂੰ ਦੱਸਣ ਜਾਂ ਪੁੱਛਣ ਜਾਂ ਪੜ੍ਹਨ ਦੀ ਲੋੜ ਨਹੀਂ ਪੈਂਦੀ। ਮਹਾਂਪੁਰਖਾਂ ਦਾ ਜੀਵਨ ਹੀ ਐਸਾ ਹੁੰਦਾ ਹੈ। ਜਥੇਦਾਰ ਬਾਬਾ ਮਿੱਤ ਸਿੰਘ ਜੀ, ਜਿਹੜੇ ਮਾਤਾ ਸਾਹਿਬ ਦੇਵ ਕੌਰ ਜੀ ਦੇ ਅਸਥਾਨ ਤੇ ਪਹਿਲਾਂ ਸੇਵਾਦਾਰ ਸਨ, ਬਾਬਾ ਜੀ ਤੋਂ 2 ਜਥੇਦਾਰ ਪਹਿਲਾਂ, ਬਚਪਨ ਦੇ ਵਿੱਚ ਨਾ ਉਹਨਾਂ ਨੂੰ ਅੰਮ੍ਰਿਤ ਦੀ ਲਾਲਸਾ ਜਾਗੀ ਤੇ ਪਹਿਲਾਂ ਇਹ ਅੰਮ੍ਰਿਤ, ਜਿਸ ਤਰ੍ਹਾਂ ਹੁਣ ਕੋਈ ਇੱਕ ਪ੍ਰਾਣੀ ਵੀ ਤਿਆਰ ਹੋ ਜਾਂਦਾ ਤੇ ਬਾਟਾ ਤਿਆਰ ਕਰ ਲੈਂਦੇ ਆ, ਜਾਂ ਜਿੱਥੇ ਵੀ ਜਿੰਨੀਆਂ ਵੀ ਸੰਪਰਦਾਵਾਂ ਬਣ ਗਈਆਂ ਨੇ, ਵੱਖਰੀਆਂ ਵੱਖਰੀਆਂ ਮਰਿਆਦਾ ਬਣ ਗਈਆਂ ਨੇ, ਪਰ ਉਦੋਂ ਅੰਮ੍ਰਿਤ ਜਿਹੜਾ ਛਕਣਾ ਤੇ ਛਕਾਉਣਾ ਬੜਾ ਦੁਰਲੱਭ ਸੀ। ਉਸ ਵਕਤ ਮਹਾਂਪੁਰਖਾਂ ਨੇ ਕਿਹਾ ਕਿ ਅਜੇ ਤੈਨੂੰ ਅੰਮ੍ਰਿਤ ਨਹੀਂ ਛਕਾਉਣਾ, ਤੂੰ ਛੋਟਾ ਹੈ। ਤੇ ਬਾਬਾ ਮਿੱਤ ਸਿੰਘ ਜੀ ਉਹਨਾਂ ਨੇ ਬੜਾ ਵਿਰਾਗ ਕੀਤਾ ਕਿ ਮੈਨੂੰ ਅੰਮ੍ਰਿਤ ਕਿਉਂ ਨਹੀਂ ਛਕਾਉਂਦੇ। ਦਰਖਤਾਂ ਦੇ ਝੁੰਡਲੀ ਦੇ ਵਿੱਚ ਜਾ ਕੇ ਬੈਠ ਗਏ, ਵਿਰਾਗ ਕਰਦੇ ਰਹੇ। ਐਸੀ ਖੇਡ ਵਰਤੀ ਕਿ ਕਲਗੀਧਰ ਪਾਤਸ਼ਾਹ ਮਹਾਰਾਜ, ਇਹ ਗੱਲ 200 ਸਾਲ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਜਾਣ ਦੀ ਬਾਤ ਦੀ ਹੈ,
ਇਹ ਵੀ ਮੈਨੂੰ ਮਾਤਾ ਸਾਹਿਬ ਦੇਵਾਂ ਜੀ ਦੇ ਸਥਾਨ ਤੋਂ ਹੀ ਪ੍ਰਾਪਤ ਹੋਈ ਹੈ। ਜਦੋਂ ਉੱਥੇ ਪਾਠ ਬੋਧ ਸਮਾਗਮ ਚੱਲਦਾ ਸੀ ਉਸ ਵਕਤ 300 ਸਾਲਾਂ ਤੋਂ ਬਾਅਦ ਦੀ ਗੱਲ ਹੈ। ਸੋ ਮੈਂ ਇਹ ਗੱਲ ਦੱਸਣ ਲੱਗਾ ਕਿ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ, ਵਿਦਿਆ ਦੀ ਪ੍ਰਾਪਤੀ ਵਾਸਤੇ ਦਮਦਮਾ ਸਾਹਿਬ ਪਹੁੰਚਦੇ ਨੇ, ਕਿਉਂਕਿ ਸਮਾਂ ਥੋੜ੍ਹਾ ਹੈ, ਹਕੀਕਤ ਜ਼ਿਆਦੀ ਹੈ। ਉੱਥੇ ਪੜ੍ਹਨ ਵਾਸਤੇ ਲਿਖਣਸਰ ਗੁਰਦੁਆਰੇ ਅੱਜ ਵੀ ਉੱਥੇ ਰੀਤ ਹੈ ਕਿ ਰੇਤਾ ਦੇ ਉੱਪਰ ਊੜਾ ਐੜਾ ਜਿਹੜੀ 35 ਹੈ ਨਾ ਉਹ ਲਿਖਾਈ ਜਾਂਦੀ ਹੈ। ਉਸ ਵਕਤ ਕੋਈ ਸਾਧਨ ਇਹਨਾਂ ਤਾਂ ਹੁੰਦੇ ਨਹੀਂ ਸਨ, ਅਤੇ ਉੱਥੇ ਰੇਤ ਦੇ ਉੱਪਰ ਊੜਾ ਪਾਉਣਾ ਸਿਖਾਉਂਦੇ ਹੈ, ਅਤੇ ਊੜਾ ਲਿਖਦੇ ਆ ਅਤੇ ਐੜਾ ਭੁੱਲ ਜਾਂਦਾ, ਐੜਾ ਲਿਖਦੇ ਅਤੇ ਊੜਾ ਭੁੱਲ ਜਾਂਦਾ। ਕਈ ਸਾਲ ਲੰਘ ਗਏ ਇਸੇ ਤਰ੍ਹਾਂ ਹੀ ਕਰਦੇ ਆ। ਸਾਧੂਆਂ ਦੀ ਸੰਗਤ ਅਤੇ ਗੁਰਮਤ ਦੀ ਰੰਗਤ ਇਸ ਸੰਗਤ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਲੰਗਰ ਦੇ ਭਾਂਡੇ ਮਾਂਜਣੇ, ਵੱਡੇ ਵੱਡੇ ਦੇਗੇ ਮਾਂਜਣੇ, ਸੰਗਤ ਕਰਨੀ, ਸੇਵਾ ਕਰਨੀ। ਮਹਾਂਪੁਰਖਾਂ ਨੇ ਇੱਕ ਮਨ ਚਿੱਤ ਹੋ ਕੇ ਨਾ ਸੌਣਾ ਅਤੇ ਖਾਣਾ ਵੀ ਥੋੜ੍ਹਾ ਜਿਹਾ। ਜੇ ਸੌਣਾ ਅਤੇ ਭਾਂਡੇ ਮਾਂਜਦਿਆਂ, ਦੇਗੇ ਮਾਂਜਦਿਆਂ ਉੱਥੇ ਹੀ ਕਿਤੇ ਨੀਂਦ ਦੀ ਝਪਕੀ ਵੱਜ ਗਈ ਅਤੇ ਸੌਂ ਲੈਣਾ, ਨਹੀਂ ਤਾਂ 24 ਘੰਟੇ ਸੇਵਾ 'ਚ ਤਨ ਅਤੇ ਮਨ ਜੋੜੀ ਰੱਖਣਾ। ਇੰਨੀ ਇਕਾਗਰਤਾ ਅਤੇ ਮਨ ਦੇ ਵਿੱਚ ਇਹ ਖਿਆਲ ਸੀ ਵਿਦਿਆ ਨੂੰ ਪੜ੍ਹਨ ਦਾ, ਪਰ ਵਿਦਿਆ ਸਫੁਰਨ ਨਹੀਂ ਹੋ ਰਹੀ। ਨੀਂਦ ਦੀ ਝਪਕੀ ਦੇ ਵਿੱਚ ਹੀ ਉਹਨਾਂ ਮਹਾਂਪੁਰਖਾਂ ਦੇ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਅਤੇ ਨਾਲ ਬਚਨ ਕੀਤਾ ਕਿ ਸਾਰੀਆਂ ਵਿਦਿਆ ਤੁਹਾਨੂੰ ਅੱਜ ਤੋਂ ਸਫੁਰਨ ਹੋਣਗੀਆਂ, ਬ੍ਰਹਮ ਗਿਆਨ ਪ੍ਰਾਪਤ ਹੋਵੇਗਾ ਤਾਂ ਤੁਸੀਂ ਵਿਦਿਆ ਪੜ੍ਹਾਓਗੇ। ਹਜ਼ੂਰ ਸਾਹਿਬ ਜਾ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਹਾਂਪੁਰਖਾਂ ਨੇ ਇਹ ਵਿਦਿਆ ਪੜ੍ਹਾਈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਦਸਮ ਦੀ ਵਿਦਿਆ, ਸਰਬਲੋਹ ਦੀ ਵਿਦਿਆ, ਆਦਿ ਦੀ ਵਿਦਿਆ, ਫਿਰ ਗਿਆਨ ਦੇ ਗ੍ਰੰਥ ਪੜ੍ਹਾਏ। ਇਹ ਸੰਗਤ ਦੀ ਰੰਗਤ ਤੋਂ ਬਿਨਾਂ ਇਹ ਪ੍ਰਾਪਤੀ ਕਰਨੀ ਔਖੀ ਹੈ। ਇਹ ਸਾਧੂਆਂ, ਸੰਤਾਂ, ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿਣੇ ਕਰਕੇ, ਕਮਾਈ ਵਾਲੇ ਮਹਾਂਪੁਰਖਾਂ ਦੇ ਨਾਲ ਰਹਿਣੇ ਕਰਕੇ ਹੀ ਇਹ ਦਾਤਾਂ ਜਿਹੜੀਆਂ ਇਹ ਪ੍ਰਾਪਤ ਹੁੰਦੀਆਂ ਨੇ। ਵੈਸੇ ਵਿਅਕਤੀ ਦੁਨਿਆਵੀ ਵਿਦਿਆ ਭਾਵੇਂ ਜਿੰਨੀ ਮਰਜ਼ੀ ਪੜ੍ਹਿਆ ਹੋਵੇ, ਦੁਨੀਆ ਦਾ ਹਰ ਗਿਆਨ ਹਾਸਲ ਕਰਦਾ ਹੋਵੇ, ਪਰ ਬ੍ਰਹਮ ਦੀ ਵਿਦਿਆ ਤੋਂ ਉਹ ਜ਼ੀਰੋ ਹੀ ਹੁੰਦਾ ਹੈ। ਉਸ ਨੂੰ ਅਜੇ ਇਸ ਦਾ ਇੱਕ ਅੱਖਰ ਦਾ ਵੀ ਕੋਈ ਗਿਆਨ ਨਹੀਂ ਹੁੰਦਾ। ਸੰਸਾਰ ਦੀ ਵਿਦਿਆ ਅਤੇ ਨਿਰੰਕਾਰ ਦੀ ਵਿਦਿਆ ਦਾ ਬਹੁਤ ਫਰਕ ਹੈ। ਸੰਸਾਰ ਦੀ ਵਿਦਿਆ ਜੀਵ ਦੇ ਸੰਸਾਰ ਦੇ ਵਿੱਚ ਰਹਿਣ ਤੱਕ ਹੀ ਚੱਲਦੀ ਹੈ, ਪਰ ਨਿਰੰਕਾਰ ਦੀ ਵਿਦਿਆ ਸੰਸਾਰ ਦੇ ਵਿੱਚ ਵੀ ਨਾਲ ਚੱਲਦੀ ਹੈ ਅਤੇ ਇਸ ਸੰਸਾਰ ਨੂੰ ਛੱਡਣ ਤੋਂ ਬਾਅਦ ਨਿਰੰਕਾਰ ਦੇ ਕੋਲ ਜਾਣ ਵਾਸਤੇ ਵੀ ਸਹਾਇਤਾ ਕਰਦੀ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਰਮ ਧਰਮ ਪਾਖੰਡ ਜੋ ਦੀਸੇ ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸ਼ਟਪਦੀ ਪੜ੍ਹ ਕੇ ਦੇਖਿਓ। ਨਾਮ ਦੀ ਬਾਬਤ ਕਿ ਜੀਵ ਦੇ ਨਾਲ ਕਿਵੇਂ ਚੱਲਦਾ। ਜਿੱਥੇ ਕੋਈ ਸਹਾਇਤਾ ਨਹੀਂ ਨਾ ਕਰਦਾ, ਉੱਥੇ ਨਾਮ ਸਹਾਇਤਾ ਕਰਦਾ ਹੈ। ਉੱਥੇ ਇਹ ਸ਼ਬਦ ਚੱਲਦਾ ਹੈ, ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ। ਇਹ ਸਾਧੂਆਂ ਦੀਆਂ ਕਮਾਈਆਂ ਬੋਲਦੀਆਂ ਨੇ। ਸੋ ਅੱਜ ਦੋ ਦੁਸ਼ਹਿਰੇ ਦੇ ਸਮਾਗਮ ਦੇ ਵਿੱਚ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਲਾਏ ਹੋਏ ਇਹ ਮਰਿਆਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਇਹ ਤਰਤੀਬ ਤੇ ਵਿਉਂਤ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਹੈ, ਉਹ ਅੱਜ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਇਸ ਅਸਥਾਨ 'ਤੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਕੁਝ ਦਿਨਾਂ ਤੋਂ ਆਰੰਭ ਕਰਕੇ ਅੱਜ ਸਮਾਪਤੀ ਕੀਤੀ ਹੈ। ਦੁਸ਼ਹਿਰਾ ਕਹਿੰਦੇ ਕਿਹਨੂੰ ਹੈ? ਸਨਾਤਨ ਧਰਮ ਦੇ ਵਿੱਚ ਨਾ ਜੇਠ ਸੁਦੀ ਦਸਵੀਂ 10 ਪਾਪਾਂ ਨੂੰ ਨਾਸ ਕਰਨ ਵਾਲੀ ਗੰਗਾ ਦਾ ਜਦੋਂ ਜਨਮ ਹੋਇਆ ਹੈ ਨਾ, ਉਸ ਨੂੰ ਵੀ ਇਹ ਦੁਸ਼ਹਿਰਾ ਕਹਿੰਦੇ ਆ। 10 ਪਾਪ ਹੈ ਕਿਹੜੇ ਨੇ? ਇਕਰਾਰ ਕਰਕੇ ਮੁੱਕਰ ਜਾਣਾ, ਬਚਨ ਕਰੇ ਤਾਂ ਖਿਸਕ ਜਾਏ ਸੋਈ ਨਰ ਕੱਚਾ। ਇਹ
ਸਨਾਤਨ ਧਰਮ ਵਾਲਿਆਂ ਦਾ ਗੁਰਮਤਿ ਦਾ ਸਿਧਾਂਤ ਤਾਂ ਅਟੱਲ ਹੈ। ਇਕਰਾਰ ਕਰਕੇ ਮੁੱਕਰ ਜਾਣਾ, ਝੂਠ ਬੋਲਣਾ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਨੂੰ ਪੁਕਾਰ ਪੁਕਾਰ ਕੇ ਕਹਿੰਦੇ ਨੇ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਸਿੱਖ ਦਾ ਕਰਮ ਕਿੱਡਾ ਪੱਕਾ ਹੈ, ਦ੍ਰਿੜ ਨਿਸ਼ਚਾ ਕਿੱਡਾ ਹੈ। ਅਸੀਂ ਮੰਨਦੇ ਤਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰੂ ਹਾਂ, ਪਰ ਸਾਡਾ ਸਿਧਾਂਤ ਬੜਾ ਕੱਚਾ ਆ। ਸਾਡੇ ਸਰੀਰ ਤੇ ਲਿਬਾਸ ਤਾਂ ਬਹੁਤ ਸੋਹਣੇ ਨੇ, ਪਰ ਅੰਦਰ ਸੋਹਣਾ ਨਹੀਂ ਹੈ। ਅੰਦਰ ਮੈਲ ਹੈ। ਜਿਹੜੇ ਇਸ ਗੱਲ ਸਨਾਤਨ ਧਰਮ ਵਾਲਾ ਕਹਿ ਰਹੇ ਨੇ, ਸਾਡੇ ਗੁਰੂ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ਼ਬਦਾਂ ਦੇ ਵਿੱਚ ਅੰਕਿਤ ਕਰਤੀ ਹੈ ਔਰ ਇਹ ਗੱਲ ਕਹੀ ਹੈ ਕਿ ਧੁਰ ਕੀ ਬਾਣੀ ਹੈ, ਇਹ ਨਿਰੰਕਾਰ ਦੀ ਆਵਾਜ਼ ਹੈ ਕਿ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਝੂਠ ਬੋਲਣਾ ਪਾਪ ਹੈ। ਅਸੀਂ ਪਾਪ ਨਿੱਤ ਕਮਾਉਂਦੇ ਹਾਂ। ਸਾਰੇ ਆਪਣੇ ਆਪਣੇ ਦਿਲਾਂ ਦੇ ਅੰਦਰ ਝਾਤ ਮਾਰ ਕੇ ਦੇਖੀਏ, ਦਿਨ ਚੜ੍ਹਦਾ ਤੇ ਰਾਤ ਪੈ ਜਾਂਦੀ ਹੈ। 4 ਪਹਿਰ ਦਾ ਦਿਨ ਹੁੰਦਾ ਤੇ 4 ਪਹਿਰ ਦੀ ਰਾਤ। ਹੁਣ ਤਾਂ ਆਪਾਂ ਪਹਿਰ ਵੀ ਖੰਡਾ ਲਏ ਤੇ ਰਾਤਾਂ ਵੀ ਖੰਡਾ ਲਈਆਂ। ਅਸੀਂ ਦਿਨ ਦੇ 2 ਪਹਿਰ ਤੇ ਰਾਤ ਦੀਆਂ 2 ਪਹਿਰਾਂ ਨੂੰ ਆਪਣਾ ਦਿਨ ਬਣਾ ਲਿਆ, ਤੇ ਪਿਛਲੀਆਂ ਰਾਤ ਦੀਆਂ 2 ਪਹਿਰਾਂ ਨੂੰ ਤਾਂ ਦਿਨ ਦੇ ਪਹਿਲੇ 2 ਪਹਿਰਾਂ ਨੂੰ ਆਪਣਾ ਦਿਨ ਬਣਾ ਲਿਆ। ਸਾਡਾ ਸੌਣਾ ਵੀ ਬਦਲ ਗਿਆ ਤੇ ਸਾਡੇ ਪਹਿਰ ਵੀ ਬਦਲ ਗਏ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਕਰਮ ਦ੍ਰਿੜ ਕਰਕੇ ਦਿਖਾਇਆ ਔਰ ਦਰਸਾਇਆ ਔਰ ਸਿਖਾਇਆ ਕਿ ਸਿੱਖ ਦਾ ਜੀਵਨ ਕੈਸਾ ਹੋਣਾ ਚਾਹੀਦਾ। ਝੂਠ ਬੋਲਣਾ, ਚੋਰੀ ਕਰਨੀ, ਤੇ ਮਹਾਰਾਜ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਯਾਰ ਜੁਆਰ ਤੇ ਬੁਰਾ। ਗੁਰਬਾਣੀ ਪੜ੍ਹੀਏ, ਗੁਰਬਾਣੀ ਨੂੰ ਸਮਝੀਏ ਤੇ ਗੁਰਬਾਣੀ ਨੂੰ ਆਪਣੇ ਆਪ ਤੇ ਅਪਣਾਈਏ। ਆਪਾਂ ਦਿਨ ਦੇ ਵਿੱਚ 4 ਪਹਿਰਾਂ ਦੇ ਵਿੱਚ ਕਿੰਨੀ ਵਾਰੀ ਅਸੀਂ ਝੂਠ ਤਾਂ ਨਹੀਂ ਬੋਲਦੇ, ਜੇ ਬੋਲਿਆ ਤੇ ਕਿੰਨੀ ਵਾਰੀ ਬੋਲਿਆ। ਕਿਸੇ ਨਾਲ ਧੋਖਾ ਤਾਂ ਨਹੀਂ ਕੀਤਾ, ਕਿਸੇ ਦੀ ਚੁਗਲੀ ਤਾਂ ਨਹੀਂ ਕੀਤੀ। ਝੂਠੀ ਲਾਇਤਬਾਰੀ ਨਾਮ ਚੁਗਲੀ ਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਕਿ ਇਹ ਚੀਜ਼ਾਂ ਜਿਹੜੀਆਂ ਨੇ, ਇਹ ਔਗਣ ਜਿਹੜੇ ਨੇ ਨਾ, ਜਿਹੜੇ ਇਹ ਪਾਪ ਨੇ, ਇਹਨਾਂ ਪਾਪਾਂ ਨੂੰ ਕਦੇ ਕਮਾਉਣਾ ਨਹੀਂ ਚਾਹੀਦਾ। ਮੈਂ ਇੱਕ ਵਾਰੀ ਸੰਤ ਗਿਆਨੀ ਮਸਕੀਨ ਸਿੰਘ ਜੀ ਦੀ ਕਥਾ ਸੁਣਦਾ ਸੀ, ਤੇ ਸੰਤ ਸਿੰਘ ਮਸਕੀਨ ਜੀ ਉਹਨਾਂ ਨੇ ਦੱਸਿਆ, ਵਿਦਵਾਨਾਂ ਦੇ ਵੀ ਬਚਨ ਮੈਂ ਪੜ੍ਹੇ ਹੈ ਕਿ 3 ਪਾਪ ਮਨ ਦੇ, 3 ਜ਼ਬਾਨ ਦੇ ਤੇ 4 ਸਰੀਰ ਦੇ। ਇਹ ਸਰੀਰ ਹੀ ਹੈ, ਚਾਹੇ ਅੰਦਰ ਹੈ ਚਾਹੇ ਬਾਹਰ ਹੈ। ਪਾਪ 10 ਦੇ 10 ਹੀ ਸਰੀਰ ਕਮਾ ਰਿਹਾ ਤੇ ਰੋਜ਼ਾਨਾ ਕਮਾ ਰਿਹਾ। ਹੁਣ 10 ਪਾਪ ਜਿਹੜਾ ਬੰਦਾ ਰੋਜ਼ਾਨਾ ਕਮਾਉਂਦਾ ਹੈ ਔਰ ਸਰੀਰ ਕਰਕੇ ਕਮਾਉਂਦਾ ਹੈ, ਭਲਾ ਕਿੱਥੇ ਹੋਵੇਗਾ। ਭਾਵੇਂ ਉਹ ਸਿੱਖ ਹੈ ਤੇ ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਕੁਛ ਵੀ ਹੈ ਤਾਂ ਜੀਵ ਹੀ ਹੈ ਨਾ। ਅਵਲ ਅੱਲਾਹ ਨੂਰੂ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਿਹੜੇ ਪ੍ਰਮਾਤਮਾ ਵੱਲੋਂ ਦਿੱਤੇ ਹੋਏ ਸ਼ੁਭ ਗੁਣ ਨੇ ਨਾ, ਖਿਮਾ ਅਹਿੰਸਾ ਦਇਆ ਮਿਰਦ ਸਤ ਬਚਨ ਤਪ ਦਾਨ, ਸੀਲ ਸੰਤੋਖ ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਨ। ਇਹ ਜਿਹੜੇ ਸ਼ੁਭ ਗੁਣ ਨੇ ਨਾ, ਇਹ ਕਿਸੇ ਦੇ ਬਾਪ ਦੇ ਤਾਂ ਨਹੀਂ, ਕਿਸੇ ਧਰਮ ਦੇ ਤੇ ਅਪਣਾਏ ਹੋਏ ਨਹੀਂ, ਕਿਸੇ ਮੁਨੀ ਜਾਂ ਰਿਖੀ ਜਾਂ ਮਹਾਪੁਰਸ਼ ਦੇ ਦਿੱਤੇ ਹੋਏ ਨਹੀਂ, ਇਹ ਪ੍ਰਮਾਤਮਾ ਦੇ ਦਿੱਤੇ ਹੋਏ ਨੇ। ਸੰਤੋਖ ਦੱਸੋ ਕਿਤੇ ਮਿਲਦਾ। ਜਿੰਨਾ ਮਰਜ਼ੀ ਤੁਸੀਂ ਪੈਸਾ ਖਰਚਦੇ ਹੋ, ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕਹਿੰਦੇ, ਬਿਨਾ ਸੰਤੋਖ ਨਹੀਂ ਕੋ ਰਾਜੈ। ਭਾਵੇਂ ਉਹ ਰਾਜਾ ਹੋਵੇ, ਸ਼ਹਿਨਸ਼ਾਹ ਹੋਵੇ, ਬਾਦਸ਼ਾਹ ਹੋਵੇ, ਤੇ ਇੰਨੀ ਉਹਦੇ ਕੋਲੇ ਸੰਪਤੀ ਹੋਵੇ, ਤੇ ਜੇ ਸੰਤੋਖ ਨਾ ਹੋਵੇ ਤਾਂ ਉਹ ਕੰਗਾਲਾਂ ਨੂੰ ਵੀ ਭੈੜਾ ਹੈ। ਅੱਜ ਦੇ ਦੁਨੀਆ ਦੇ ਰਾਜੇ ਤੁਸੀਂ ਦੇਖਦੇ ਹੀ ਹੋ ਕਿ ਇਸ ਗੱਲ ਦੀ ਉਹਨਾਂ ਕੋਲੇ ਕਮੀ ਹੈ, ਸਿਰਫ ਇੱਕ ਸੰਤੋਖ ਨਹੀਂ ਹੈਗਾ। ਜਿੰਨੀ ਮਰਜ਼ੀ ਉਹ ਸੰਪਦਾ ਲਾ ਦੇਣ, ਸੰਤੋਖ ਨਹੀਂ ਖਰੀਦਿਆ ਜਾ ਸਕਦਾ, ਦਇਆ ਨਹੀਂ ਖਰੀਦੀ ਜਾ ਸਕਦੀ, ਖਿਮਾ ਨਹੀਂ ਖਰੀਦੀ ਜਾ ਸਕਦੀ। ਤੇ ਸਨਾਤਨ ਧਰਮ ਵਾਲੇ ਕਹਿੰਦੇ ਕਿ 10 ਪਾਪਾਂ ਨੂੰ ਹਰਨ ਵਾਲੀ ਗੰਗਾ, ਝੂਠ ਬੋਲਣਾ, ਪਰ ਇਸਤਰੀ ਗਮਨ ਕਰਨਾ, ਚੋਰੀ ਕਰਨੀ, ਨਿੰਦਿਆ ਕਰਨੀ, ਚੁਗਲੀ ਕਰਨੀ, ਧੋਖਾ ਕਰਨਾ, ਇਤਿਆਦਿ ਜਿਹੜੇ 10 ਪਾਪ ਨੇ, ਇਹਨਾਂ 10 ਪਾਪਾਂ ਨੂੰ ਜੇ ਕੋਈ ਗੰਗਾ ਦਾ ਇਸ਼ਨਾਨ ਕਰੇ ਤੇ ਹਰਨ ਕਰ ਲੇ, ਉਹਦਾ ਦੁਸ਼ਹਿਰਾ। ਇਹ ਸਨਾਤਨ ਧਰਮ ਵਾਲੇ ਕਹਿੰਦੇ। ਫਿਰ ਅਸੂ ਸੁਦੀ 10ਵੀਂ, ਜਿਸ ਦਿਨ ਸ੍ਰੀ ਰਾਮ ਚੰਦਰ ਜੀ ਨੇ
ਰਾਵਣ ਦਾ ਹਰਨ ਕੀਤਾ, ਰਾਵਣ ਨੂੰ ਮਾਰਿਆ। ਉਸ ਦਿਨ ਨੂੰ ਇਹ ਵਿਜੇ ਦਸ਼ਮੀ ਦੇ ਰੂਪ ਵਿੱਚ ਹਿੰਦੂ ਧਰਮ ਦੇ ਵਿੱਚ ਮਨਾਇਆ ਜਾਂਦਾ। ਉਹ ਵਿਜੇ ਦਸ਼ਮੀ ਨਾਮ ਦੁਸ਼ਹਿਰੇ ਦਾ ਹੈ। ਇਸ ਨੂੰ ਵੀ ਦੁਸ਼ਹਿਰਾ ਕਹਿੰਦੇ। 10 ਸਿਰਾਂ ਵਾਲਾ ਰਾਵਣ, ਦੁਸ਼ਹਿਰਾ। 10 ਨਾਮ ਹੈ ਦਸਾਂ ਦਾ, ਗਿਣਤੀ ਦਾ। ਹਰ ਨਾਮ ਹੈ ਹਰਨ ਦਾ, ਨਾਸ਼ ਕਰਨ ਦਾ। ਭਾਵ ਕਿ 10 ਸਿਰਾਂ ਵਾਲੇ ਦਾ ਹਰਨ ਕੀਤਾ, ਨਾਸ਼ ਕੀਤਾ, ਉਹਦਾ ਨਾਮ ਹੈ ਦੁਸ਼ਹਿਰਾ। ਇਹ ਹਿੰਦੂ ਧਰਮਾਂ ਦੇ ਨੇ, ਆਪਣਾ ਨਹੀਂ ਹੈ ਜੇ ਮੈਂ ਦੱਸਿਆ। ਫਿਰ 10 ਪੁਰਬਾਂ ਦਾ ਇਸ਼ਨਾਨ ਕਰਨਾ, ਸੂਰਜ ਗ੍ਰਹਿਣ ਦਾ ਇਸ਼ਨਾਨ, ਮੱਸਿਆ ਦਾ ਇਸ਼ਨਾਨ, ਪੂਰਨਮਾਸੀ ਦਾ ਇਸ਼ਨਾਨ, ਪ੍ਰਾਗ ਦਾ ਇਸ਼ਨਾਨ, ਇਤਿਆਦਿਕ ਜਿਹੜੇ ਇਹ ਸਨਾਤਨ ਧਰਮ ਵਾਲਿਆਂ ਦੇ 10 ਪੁਰਬਾਂ ਦੇ ਇਸ਼ਨਾਨ ਨੇ ਨਾ, ਇਹਨਾਂ 10 ਇਸ਼ਨਾਨਾਂ ਨੂੰ ਕਰਨਾ, ਪੁਰਬਾਂ ਦੇ ਇਸ਼ਨਾਨ ਨੂੰ ਕਰਨਾ, ਇਹ ਵੀ ਇਹਨਾਂ ਦਾ ਦੁਸ਼ਹਿਰਾ ਹੈ। ਗੁਰਮਤ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਦੁਸ਼ਹਿਰਾ ਇੱਕ ਹੋਰ ਬਖਸ਼ਿਆ। ਸਾਡੇ ਸਿਧਾਂਤ ਵਿੱਚ 5 ਸੰਸਕਾਰ ਨੇ। ਜਨਮ ਸੰਸਕਾਰ, ਜਦੋਂ ਜੀਵ ਜਨਮ ਲੈਂਦਾ ਹੈ। ਫਿਰ ਵਿਦਿਆ ਸੰਸਕਾਰ, ਬੱਚਾ ਜੇ ਬੋਲਦਾ ਨਹੀਂ ਹੁੰਦਾ ਤੇ ਮਾਂ ਪਹਿਲਾਂ ਹੀ ਸਿਖਾਉਣਾ ਲੱਗ ਜਾਂਦੀ ਹੈ। ਪਹਿਲੀ ਟੀਚਰ ਜਿਹੜੀ ਉਹ ਮਾਂ ਹੁੰਦੀ ਹੈ। ਫਿਰ ਉਹਨੂੰ ਤੋਤਲੀ ਜ਼ਬਾਨ ਦੇ ਨਾਲ ਉਹਨੂੰ ਅੱਖਰ ਸਿਖਾਉਂਦੀ ਹੈ। ਤੇ ਗੁਰੂ ਦਾ ਸਿੱਖ ਸਭ ਤੋਂ ਪਹਿਲਾਂ ਹੀ ਮੁਹਾਰਨੀ ਸਿਖਾਉਂਦਾ, ਊੜਾ ਐੜਾ ਸਿਖਾਉਂਦਾ। 35 ਤੇ ਮੁਹਾਰਨੀ ਜਦੋਂ ਤੱਕ ਬੱਚੇ ਦੀ ਜ਼ਬਾਨ ਚੱਲਦੀ ਹੈ, ਗੁਰੂ ਦਾ ਸਿੱਖ ਬਚਪਨ ਦੇ ਵਿੱਚ ਹੀ ਉਸ ਨੂੰ ਸਿਖਾ ਦਿੰਦਾ ਹੈ। ਭਾਵੇਂ ਉਹਨੂੰ ਜ਼ਿੰਦਗੀ ਵਿੱਚ ਕੋਈ ਅਧਿਆਪਕ ਨਾ ਮਿਲੇ ਗੁਰਬਾਣੀ, ਉਹ ਫਿਰ ਵੀ ਪੜ੍ਹ ਸਕਦਾ ਹੈ, ਸਿਰਫ ਇੱਕ ਮਾਂ ਦੀ ਪੜ੍ਹਾਈ ਹੋਈ ਮੁਹਾਰਨੀ ਤੇ 35 ਦੇ ਨਾਲ। ਅੱਜ ਦੀਆਂ ਮਾਵਾਂ ਨੂੰ ਜੇ ਮੁਹਾਰਨੀ ਆਉਂਦੀ ਹੋਏਗੀ ਤੇ ਪੜ੍ਹਾਵੇਗੀ ਨਾ। ਐਕਟਰਾਂ ਦੇ ਨਾਂ, ਜਾਂ ਹੁਣ ਸੋਸ਼ਲ ਮੀਡੀਆ, ਵਟਸਐਪ, ਟਿਕਟੋਕ ਤੇ ਫੇਸਬੁੱਕ ਤੋਂ ਸਮਾਂ ਮਿਲੇਗਾ ਤੇ ਕਿਸੇ ਨੂੰ ਕੋਈ ਊੜਾ ਐੜਾ ਜਾਂ 35 ਸਿਖਾਵੇਗੀ। ਆਪ ਨੂੰ ਨੰਗਾ ਤੇ ਜੰਜਾਂ ਤੇ ਕਹਿਣਾ ਨਹੀਂ ਆਉਂਦਾ, ਬੱਚਿਆਂ ਨੂੰ ਕੀ ਸਿਖਾਉਣਾ? ਕਿੱਥੋਂ ਗੁਰਬਾਣੀ ਪੜ੍ਹ ਲੈਣਗੇ? ਫਿਰ ਵਿਦਿਆ ਸੰਸਕਾਰ, ਅੰਮ੍ਰਿਤ ਸੰਸਕਾਰ, ਆਨੰਦ ਸੰਸਕਾਰ। ਤੇ ਜਦੋਂ ਇਹ ਜੀਵ ਚੜ੍ਹਾਈ ਕਰ ਜਾਵੇ ਨਾ, ਉਸ ਦੀ ਅੰਤਮ ਕਿਰਿਆ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਤਮ ਅਰਦਾਸ, ਮਹਾਰਾਜ ਸਾਹਿਬ ਜੀ ਨੇ ਇਹ ਸਾਨੂੰ ਸਿਧਾਂਤ ਬਖਸ਼ਿਆ ਕਿ ਨਾ ਕਿਸੇ ਨੇ ਤੀਜਾ ਜਾਂ ਚੌਥਾ ਜਾਂ 9ਵੀਂ ਜਾਂ 11ਵੀਂ ਜਾਂ 13ਵੀਂ ਜਾਂ 17ਵੀਂ ਕੁਛ ਨਹੀਂ ਕਰਨਾ। ਸਿਰਫ ਜਿਸ ਦਿਨ ਜੀਵ ਚੜ੍ਹਾਈ ਕੀਤਾ ਤੇ 10ਵੇਂ ਦਿਨ ਭੋਗ ਪਾਉਣਾ। ਭਾਵੇਂ ਉਹ ਸ੍ਰੀ ਅਖੰਡ ਪਾਠ ਸਾਹਿਬ ਰੱਖ ਕੇ ਪਵਾ ਲੇ, ਭਾਵੇਂ ਸਪਤਾਹਕ ਪਾਠ ਰੱਖੇ, ਭਾਵੇਂ ਸ੍ਰੀ ਸਹਿਜ ਪਾਠ ਰੱਖੇ, ਗੁਰਬਾਣੀ ਪੜ੍ਹਨੀ ਹੈ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਗੁਰਬਾਣੀ ਪੜ੍ਹ ਕੇ 10ਵੇਂ ਦਿਨ ਭੋਗ ਪਾਉਣਾ। ਉਸ ਦਿਨ ਨੂੰ ਗੁਰਮਤਿ ਦੇ ਵਿੱਚ ਦੁਸਹਿਰਾ ਕਹਿੰਦੇ ਨੇ। ਇਹ ਦੁਸ਼ਹਿਰੇ ਦੇ ਕਾਰਨ ਦੱਸੇ ਨੇ ਕਿ ਕਿੰਨਿਆਂ ਕਾਰਨਾਂ ਕਰਕੇ ਦੁਸ਼ਹਿਰਾ ਸ਼ਬਦ ਕਿਹਾ ਜਾਂਦਾ ਹੈ। ਹੁਣ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪੁੱਛੀਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਹੜਾ ਸ਼ਬਦ ਹੈ ਨਾ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਲਿਖਿਆ, ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਹਰਾ। ਗੁਰੂ ਕੀ ਸੰਗਤ, ਗੁਰੂ ਦੀ ਹਜ਼ੂਰੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਸੁਸ਼ੋਭਿਤ ਨੇ ਤੇ ਸਤ ਸੰਗਤ ਹੋ ਰਹੀ ਹੈ, ਕੇਵਲ ਪਰਮੇਸ਼ਰ ਦੇ ਨਾਮ ਦਾ ਗਾਇਨ ਹੋ ਰਿਹਾ ਹੈ, ਗੁਰੂ ਦੀ ਗੁਰਬਾਣੀ ਪੜ੍ਹੀ ਜਾ ਰਹੀ ਹੈ, ਉਸਤਤ ਹੋ ਰਹੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਜਿਹੜਾ ਗੁਰੂ ਦੇ ਗਿਆਨ ਦਾ ਥਾਂ ਹੈ ਨਾ, ਇਹ ਸੱਚਾ ਹੈ। ਤੇ ਇੱਥੇ ਪੁਰਬ ਕਿਹੜਾ ਨੇ? ਅੰਤਰਗਤ ਤੀਰਥ ਮਲ ਨਹਾਓ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਗੁਰੂ ਦੇ ਗਿਆਨ ਨੂੰ ਅਪਣਾਉਣਾ, ਗੁਰੂ ਦੇ ਗਿਆਨ ਨੂੰ ਸੁਣਨਾ, ਬਾਣੀ ਸੁਣਨੀ, ਬਾਣੀ ਨੂੰ ਗਾਉਣਾ ਤੇ ਆਪਣੇ ਅੰਦਰ ਵਾਸਾ ਕਰਨਾ। 4 ਪੌੜੀਆਂ ਜਪਜੀ ਸਾਹਿਬ ਦੇ ਵਿੱਚ ਸੁਣਦੀਆਂ ਨੇ ਤੇ 4 ਮੰਨਣ ਦੀਆਂ ਨੇ ਤੇ 5ਵੀਂ ਪੌੜੀ 'ਚ ਨਿਧਿਆਸਣ ਹੈ, ਉਸਦੀ ਹੈ ਕਮਾਈ ਕਰਨੀ। ਆਪਾਂ ਪਹਿਲੀ ਗੱਲ ਤਾਂ ਸੁਣਦੇ ਨਹੀਂ, ਜਦੋਂ ਸੁਣਦੇ ਆ ਤੇ ਕਹਿੰਦੇ ਇਹ ਬਾਬਾ ਆਪਣੀ ਕਦੋਂ ਕਥਾ ਕਹਾਣੀ ਖਤਮ ਕਰੂਗਾ, ਸਮਾਪਤੀ ਕਦੋਂ ਹੋਊਗੀ, ਘਰ ਜਾਣ ਦਾ ਸਮਾਂ ਕਦੋਂ ਹੋਊਗਾ। ਪਰ ਭੋਲਿਓ, ਸਮਾਂ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ। ਭਾਈ ਨੰਦ ਲਾਲ ਜੀ ਕਹਿੰਦੇ ਸਮਾਂ ਉਹੀ ਲੇਖੇ ਵਿੱਚ ਹੈ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਜਾਂ ਗੁਰੂ ਕਰਦਿਆਂ ਨਿਕਲਦਾ, ਉਹ ਮੁਜਰੇ 'ਚ ਪੈਂਦਾ, ਭਾਵਕ ਉਹ ਗੁਰੂ ਦੇ ਲੇਖੇ ਵਿੱਚ ਪੈਂਦਾ।
ਪਤਾ ਨਹੀਂ ਇਹੀ ਸਮਾਂ ਤੇਰੇ ਕੰਮ ਆਉਣ ਵਾਲਾ, ਤੇਰੀ ਜ਼ਿੰਦਗੀ ਨੂੰ ਆਸਾਨ ਬਣਾ ਦੇਣ ਵਾਲਾ ਹੈ। ਗਾਂ ਦਰਗਾਹ ਦੇ ਵਿੱਚ ਵੀ ਇਹ ਖੜਾ ਹੋ ਜਾਣਾ ਜੀ। ਇਹ ਸਮਾਂ ਤੇਰੇ ਵਾਸਤੇ ਬੜਾ ਲਾਭਦਾਇਕ ਹੀ। ਇਹ ਸਮਾਂ ਆਪਣੇ ਹੱਥੋਂ ਨਾ ਖੁੰਝਾ ਲਈ। ਪਰ ਸਾਡਾ ਸੁਭਾਅ ਹੀ ਇਹੋ ਜਿਹਾ ਬਣ ਗਿਆ ਕਿ ਅਸੀਂ ਗੁਰੂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਜੇ ਸੁਣ ਵੀ ਲਈਏ ਤੇ ਮੰਨਣ ਨੂੰ ਤਿਆਰ ਨਹੀਂ। 100 ਤਰਕਾਂ ਖੜੀਆਂ ਹੋ ਜਾਂਦੀਆਂ ਨੇ। ਮੈਂ ਹੁਣੇ ਹੀ ਉਸ ਵਿਸ਼ੇ ਤੇ ਆ ਜਾਣਾ। ਬਹੁਤਿਆਂ ਦੇ ਅੰਦਰ ਭੁਲੇਖੇ ਪੈ ਜਾਣੇ ਕਿ ਹੋ ਹੀ ਨਹੀਂ ਸਕਦਾ, ਪਰ ਸਾਡਾ ਗੁਰੂ ਕਹਿੰਦਾ ਅਸੀਂ ਤੇ ਮੰਨਣਾ। ਜੇ ਗੁਰੂ ਕਹਿ ਰਿਹਾ ਹੈ ਨਾ ਤੇ ਸਾਨੂੰ ਮੰਨਣਾ ਪੈਣਾ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਉਹ ਕਿਹਾ ਜਿਹੜਾ ਮੰਨਣਾ। ਤੇ ਕਿਹਾ ਇਸ ਵਾਸਤੇ ਹੈ ਕਿ ਕਮਾਈ ਕਰ, ਜਿਹੋ ਜਿਹਾ ਭੇਜਿਆ ਉਹੋ ਜਿਹਾ ਵਾਪਸ ਆਈ। ਸੰਸਾਰ ਦੀਆਂ ਮੈਲਾਂ ਨਾਲ ਲਾ ਕੇ ਨਾ ਆਈ। ਕੋਈ ਪਾਣੀ ਨੂੰ ਰਿੜਕੀ ਜਾਵੇ ਤੇ ਮੱਖਣ ਦੀ ਪ੍ਰਾਪਤੀ ਨਹੀਂ ਹੋਵੇਗੀ। ਦਹੀਂ ਰਿੜਕੇਗਾ ਤੇ ਮੱਖਣ ਨਿਕਲਣਾ। ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲਏ, ਦੁਨੀਆ ਦੇ ਅੰਦਰ ਫਰੇਬ ਜਿੰਨੇ ਮਰਜ਼ੀ ਕਰ ਲਏ, ਨਿਕਲਣਾ ਕੁਝ ਵੀ ਨਹੀਂ। ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਦਾ ਮਥਨ ਕਰੇਗਾ, ਗੁਰੂ ਦੇ ਸ਼ਬਦ ਦਾ ਗਾਇਨ ਕਰੇਗਾ ਤੇ ਜ਼ਿੰਦਗੀ ਦੇ ਅੰਦਰ ਨਾਮ ਰੂਪੀ ਅੰਮ੍ਰਿਤ, ਮੱਖਣ ਰੂਪੀ ਅੰਮ੍ਰਿਤ ਉਸ ਨੂੰ ਪ੍ਰਾਪਤ ਹੋਵੇਗਾ। ਜ਼ਿੰਦਗੀ ਦੇ ਵਿੱਚ ਜਿਹੜੇ ਪਦਾਰਥਾਂ ਦੀ ਲਾਲਸਾ ਸੀ ਉਹ ਘਟ ਜਾਵੇਗੀ, ਤ੍ਰਿਸ਼ਨਾ ਮੁੱਕ ਜਾਵੇਗੀ, ਅੰਦਰ ਸੰਤੋਖ ਆਵੇਗਾ। ਸੰਤੋਖ ਆਵੇਗਾ ਤਾਂ ਦਇਆ ਜਨਮ ਲਵੇਗੀ। ਦਇਆ ਆਵੇਗੀ ਤੇ ਪ੍ਰੇਮ ਫੁੱਟ ਫੁੱਟ ਕੇ ਆਪ ਮੁਹਾਰਾ ਨਿਕਲੇਗਾ। ਪ੍ਰੇਮ ਆਵੇਗਾ ਤੇ ਕਾਇਨਾਤ ਦੇ ਨਾਲ ਮੁਹੱਬਤ ਪਵੇਗੀ। ਮੁਹੱਬਤ ਦੇ ਵਿੱਚੋਂ ਰੱਬ ਦਿਸੇਗਾ। ਰੱਬ ਹਰ ਥਾਂ ਤੇ ਹੈ, ਜਹ ਜਹ ਪਿੱਖੋਂ ਤਹ ਹਜੂਰ, ਦੂਰ ਕਤਹੁ ਨਾ ਜਾਈ। ਰਬ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀ। ਮਹਾਰਾਜ ਕਹਿੰਦੇ ਜਿੱਥੇ ਵੀ ਖੜੇਗਾ ਗੁਰ ਮੇਰਾ ਸੰਗ ਸਦਾ ਹੈ ਨਾਲੇ। ਹਰ ਥਾਂ ਤੇ ਗੁਰੂ ਸਹਾਇਤਾ ਕਰੇਗਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਸੰਗਤ ਸਦਾ ਵਾਸਤੇ ਆਪਣਾ ਇੱਕ ਅੰਗ ਬਣਾ ਲੈ ਕਿ ਮੈਂ ਸੰਗਤ ਵਿੱਚ ਰਹਿਣਾ। ਤੇ ਮਹਾਰਾਜ ਕਹਿੰਦੇ ਇੱਥੇ 10 ਪੁਰਬਾਂ ਦਾ ਇਸ਼ਨਾਨ ਹੀ, 860 ਤੀਰਥ ਸਗਲ ਪੁੰਨ। ਮਹਾਰਾਜ ਕਹਿੰਦੇ 88 ਤੀਰਥਾਂ ਦਾ ਪੁੰਨ ਮਿਲ ਜਾਵੇਗਾ ਜੇ ਆਪਣੇ ਆਪ ਤੇ ਦਇਆ ਕਰ ਲਵੇਂਗਾ। ਦੂਸਰੇ ਤੇ ਤਾਂ ਕੀ ਕਰਨੀ ਹੈ, ਆਪਣੇ ਆਪ ਤੇ ਹੀ ਕਰ ਲਈ ਤਾਂ ਵੀ 88 ਤੀਰਥਾਂ ਦਾ ਤੈਨੂੰ ਪੁੰਨ ਮਿਲ ਜਾਵੇਗਾ। ਇੱਥੇ ਹੀ ਪੁਰਬਾਂ ਦਾ ਇਸ਼ਨਾਨ ਹੋ ਜਾਣਾ। ਜਿਹੜੇ ਸਨਾਤਨ ਵਾਲੇ ਮੰਨਦੇ ਨੇ ਨਾ ਕਿ 10 ਪੁਰਬਾਂ ਦਾ ਇਸ਼ਨਾਨ ਤੇਰੇ ਵਾਸਤੇ ਦੁਸ਼ਹਿਰਾ ਤੇ ਗੁਰੂ ਕੇ ਸਿੱਖ ਵਾਸਤੇ ਗੁਰੂ ਕੀ ਸੰਗਤ ਦੇ ਵਿੱਚ ਬੈਠਣ ਨਾਲ ਹੀ ਉਹ ਦੁਸ਼ਹਿਰਾ ਹੈ ਉਹਦਾ, ਕਿ ਅੱਜ ਮੈਂ ਦੁਸ਼ਹਿਰੇ ਤੇ ਹੋ ਆਇਆ। ਤੇ ਜਿਹੜਾ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸਾਨੂੰ ਨਵੀਨ ਕਰਮ ਦਿੱਤਾ ਹੈ। ਪਿਆਰਿਓ, ਭਾਰਤ ਵੰਸ਼ ਦੇ ਵਿੱਚ ਔਰ ਭਾਰਤੀ ਸੰਸਕ੍ਰਿਤੀ ਦੇ ਅੰਦਰ ਬਹੁਤ ਸਾਰੇ ਦਿਹਾੜੇ ਮਨਾਏ ਜਾਂਦੇ ਨੇ ਔਰ ਬਹੁਤ ਤਿਉਹਾਰ ਮਨਾਏ ਜਾਂਦੇ ਨੇ, ਜਿਨ੍ਹਾਂ ਤਿਉਹਾਰਾਂ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਤੋੜਿਆ ਨਹੀਂ ਤੇ ਨਾ ਉਹਨਾਂ ਦੇ ਨਾਲ ਜੋੜਿਆ। ਦੇਖੋ ਕਿੰਨੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੰਦਰ ਦੂਰ ਅੰਦੇਸੀ ਸੀ ਕਿ ਮੇਰਾ ਸਿੱਖ ਹਜ਼ਾਰਾਂ ਦੇ ਵਿੱਚੋਂ ਨਿਵੇਕਲਾ ਹੋਵੇ। ਜੇ ਦੀਵਾਲੀ ਹੈ ਅਸੀਂ ਉਹ ਵੀ ਮਨਾਉਂਦੇ ਹਾਂ, ਪਰ ਸਾਡਾ ਮਨਾਉਣ ਦਾ ਤਰੀਕਾ ਵੱਖਰਾ ਹੈ। ਜੇ ਦੁਸ਼ਹਿਰਾ ਹੈ ਅਸੀਂ ਮਨਾਉਂਦੇ ਹਾਂ, ਸਾਡਾ ਮਨਾਉਣ ਦਾ ਤਰੀਕਾ ਵੱਖਰਾ ਹੈ। ਜੇ ਵਿਸਾਖੀ ਹੈ ਅਸੀਂ ਮਨਾਉਂਦੇ ਹਾਂ, ਪਰ ਸਾਡੇ ਮਨਾਉਣ ਦਾ ਤਰੀਕਾ ਵੱਖਰਾ ਹੈ। ਕਿਉਂ? ਕਿਉਂਕਿ ਸਲੀਕਾ ਸਾਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਨਿਵੇਕਲਾ ਦਿੱਤਾ ਹੈ। ਇਹ ਸਾਡੀਆਂ ਪੰਥਕ ਰਵਾਇਤਾਂ ਨੇ। ਹੁਣ ਦੇਖੋ ਕਿ ਵਿਸਾਖੀ ਦਾ ਤਿਉਹਾਰ ਤਾਂ ਹੋਇਆ ਜਾ ਕੇ ਅਨੰਦਪੁਰ ਸਾਹਿਬ ਖਾਲਸੇ ਦੀ ਸਿਰਜਣਾ ਵੇਲੇ, ਤੇ ਮਨਾਉਂਦੇ ਅਸੀਂ ਦਮਦਮਾ ਸਾਹਿਬ ਹਾਂ, ਕਿਉਂਕਿ ਪੰਥ ਦੀ ਇਕੱਤਰਤਾ ਹੈ ਔਰ ਪੰਥਕ ਮਰਿਆਦਾ ਬਣ ਗਈ, ਪੰਥਕ ਇੱਕ ਰਵਾਇਤ ਬਣ ਗਈ। ਦੀਵਾਲੀ ਅਸੀਂ ਮਨਾਉਂਦੇ ਹਾਂ ਅੰਮ੍ਰਿਤਸਰ ਸਾਹਿਬ, ਹੋਲਾ ਮਹੱਲਾ ਮਨਾਉਂਦੇ ਹਾਂ ਅਨੰਦਪੁਰ ਸਾਹਿਬ ਔਰ ਦੁਸ਼ਹਿਰਾ ਮਨਾਉਂਦੇ ਹਾਂ ਸ੍ਰੀ ਹਜੂਰ ਸਾਹਿਬ। ਹੁਣ ਜੇ ਕੋਈ ਸਵਾਲ ਕਰੇ ਕਿ ਦੀਵਾਲੀ ਕਿਉਂ ਨਹੀਂ ਅਨੰਦਪੁਰ ਸਾਹਿਬ ਮਨਾਉਂਦੇ, ਜਾਂ ਹੋਲਾ ਮਹੱਲਾ ਸਾਹਿਬ ਅੰਮ੍ਰਿਤਸਰ ਕਿਉਂ ਨਹੀਂ ਮਨਾਉਂਦੇ, ਜਾਂ ਦੁਸ਼ਹਿਰਾ ਜਿਹੜਾ ਹੈ ਉਹ ਪਟਨਾ ਸਾਹਿਬ ਜਾ ਕੇ ਕਿਉਂ ਨਹੀਂ ਮਨਾਉਂਦੇ, ਨਹੀਂ, ਇਹ ਇਕੱਲਿਆਂ ਤੇ ਦੁਕੱਲਿਆਂ ਦਾ ਕੰਮ ਨਹੀਂ ਹੈ। ਮੇਰਾ ਅੱਜ ਵਿਸ਼ਾ ਨਹੀਂ, ਜਿਹੜਾ ਸਿੰਘ ਸਾਹਿਬ ਹੋਣਾ ਨੇ ਫਰਲਾ ਸਜਾਇਆ ਹੈ ਨਾ, ਇਹ ਫਰਲਾ ਵੀ ਕੋਈ ਇਕੱਲਾ ਦੁਕੱਲਾ ਨਹੀਂ ਦੇ ਸਕਦਾ। ਪਹਿਲਾਂ ਨਾ ਇਹ ਤਖਤ ਸਾਹਿਬਾਨਾਂ ਦੀ ਸੇਵਾ ਤੇ ਇਹ ਜਥੇਦਾਰ ਹੁੰਦੇ ਸੀ ਔਰ 5 ਸਿੰਘ ਮਿਲ ਕੇ ਫਿਰ ਫਰਲਾ ਸਜਾਉਂਦੇ ਸੀ।
ਇਹ ਵੀ ਇੱਕ ਪੰਥਕ ਰਵਾਇਤ ਹੈ, ਇਸ ਨੂੰ ਕੋਈ ਬਦਲ ਨਹੀਂ ਸਕਦਾ। ਇਸੇ ਤਰੀਕੇ ਨਾਲ ਇਹ ਦੁਸ਼ਹਿਰਾ ਮਨਾਉਣਾ, ਦੀਵਾਲੀ ਮਨਾਉਣੀ, ਵਿਸਾਖੀ ਮਨਾਉਣੀ, ਹੋਲਾ ਮਹੱਲਾ ਮਨਾਉਣਾ, ਇਹ ਪੰਥਕ ਰਵਾਇਤਾਂ ਸਤਿਗੁਰੂ ਸਾਹਿਬ ਜੀ ਦੇ ਵੇਲੇ ਤੋਂ ਪਈਆਂ ਹੋਈਆਂ ਨੇ। ਹੋਲਾ ਮਹੱਲਾ ਆਨੰਦਪੁਰ ਸਾਹਿਬ ਮਨਾਇਆ ਜਾਂਦਾ ਮਹਾਰਾਜ ਸਾਹਿਬ ਜੀ ਦੇ ਵੇਲੇ ਤੋਂ ਨੇ, ਤੇ ਮੁਕਤਸਰ ਮਾਘੀ ਦਾ ਤਿਉਹਾਰ ਮਨਾਉਂਦੇ ਆ। ਜੰਗ ਤੇ ਹੋਇਆ ਸੀ ਗਰਮੀਆਂ ਦੇ ਵਿੱਚ, ਹਾੜ ਜੇਠ ਹਾੜ ਦੀ ਗਰਮੀ ਦੇ ਵਿੱਚ, ਪਰ ਪੰਥ ਦੀ ਇਕੱਤਰਤਾ ਸੀ ਕਿ ਪਾਣੀ ਦੀ ਕਿੱਲਤ ਹੈ, ਪਾਣੀ ਦੀ ਘਾਟ ਹੈ, ਔਰ ਇਹ ਤਿਉਹਾਰ ਮਾਘੀ ਤੇ ਮਨਾਇਆ ਜਾਵੇ ਤੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਅੱਜ ਤੱਕ ਉਹ ਮਾਘੀ ਦਾ ਤਿਉਹਾਰ ਮਾਘ ਦੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਪੰਥਕ ਰਵਾਇਤਾਂ ਪਈਆਂ ਹੋਈਆਂ ਨੇ। ਹਜੂਰ ਸਾਹਿਬ ਜਿਹੜਾ ਦੁਸ਼ਹਿਰਾ ਮਨਾਇਆ ਜਾਂਦਾ ਹੈ, ਪਿਆਰੇ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ ਕਲਗੀਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ, ਕਿ ਭਾਰਤ ਵੰਸ਼ ਦੇ ਅੰਦਰ ਇਹ ਜਿਹੜਾ ਦੁਸ਼ਹਿਰਾ ਮਨਾਇਆ ਜਾਂਦਾ ਹੈ, ਔਰ ਇਹ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਉਂਦੇ ਨੇ, ਔਰ ਇਹ 10 ਦਿਨ ਪਹਿਲਾਂ ਆਪਣੀਆਂ ਤਿਆਰੀਆਂ ਆਰੰਭ ਦਿੰਦੇ ਨੇ, ਤੇ ਸਾਡਾ ਜਿਹੜਾ ਪੰਥ ਖਾਲਸਾ ਹੈ ਉਹ ਵੀ ਉੱਥੇ ਜਾਂਦਾ ਹੈ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਦਾ ਨਵੀਨ ਕਰਮ ਕੀਤਾ। ਮਹਾਰਾਜ ਸਾਹਿਬ ਜੀ ਨੇ ਕਿਹਾ, ਗੁਰੂ ਕਾ ਸਿੱਖ ਰਾਵਣ ਦੇ ਪੁਤਲੇ ਨਹੀਂ ਫੂਕੂਗਾ। ਆਪਾਂ ਕਿਸੇ ਧਰਮ ਦੇ ਵਿਰੁੱਧ ਨਹੀਂ, ਪਰ ਜੇ ਕਿਧਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪੁੱਛੀਏ ਨਾ, ਮਹਾਰਾਜ ਕੀ ਰਾਵਣ ਹੈ ਹੀ ਇਦਾਂ ਦਾ ਸੀ? ਜਿੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ, ਰੋਵੈ ਦਹਿਸਰ ਲੰਕ ਗਵਾਏ, ਮੂਰਖ ਰਾਵਣ ਕਿਆ ਲੈ ਗਿਆ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਹੱਕ 'ਚ ਵੀ ਬੋਲਿਆ। ਚੌ ਬੋਲੇ ਜਦੋਂ ਬਾਣੀ ਪੜ੍ਹਦੇ ਆ ਨਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਲਿਖਿਆ, ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ, ਰਾਮਨ ਹੋਤੇ ਸੋ ਰੰਕਨ ਹੈ ਜਿਨ ਸਿਰ ਦੀਨੇ ਕਾਟ। ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਦੇਖੋ, ਸ਼ਿਵਾਂ ਦਾ ਉਹ ਪੱਕਾ ਭਗਤ ਸੀ, 4 ਵੇਦ ਉਸ ਨੂੰ ਕੰਠ ਸਨ, ਤੇ ਆਪਣੇ ਅੰਦਰ ਝਾਤ ਮਾਰੀਏ ਕਿੰਨਾ ਚਿਰ ਹੋ ਚੱਲਿਆ ਜਾਪ ਸਾਹਿਬ ਪੜ੍ਹਦਿਆਂ ਨੂੰ, ਕਿਸੇ ਨੂੰ ਜਾਪ ਸਾਹਿਬ ਯਾਦ ਹੈ? ਕਿੰਨਿਆਂ ਕੁ ਨੂੰ ਯਾਦ ਹੈ? ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਾਣੀ ਹੈ, ਦਸਮ ਗ੍ਰੰਥ ਦੀ ਪਹਿਲੀ ਬਾਣੀ ਹੈ, ਸਾਨੂੰ ਕਿੰਨਿਆਂ ਕੁ ਨੂੰ ਯਾਦ ਹੈ ਛੰਦ? ਸਾਨੂੰ ਇਹ ਨਹੀਂ ਪਤਾ ਉਹਦੇ ਵਿੱਚ ਪੌੜੀਆਂ ਕਿੰਨੀਆਂ ਨੇ, ਉਹਦੇ 'ਚ ਛੰਦ ਕਿੰਨੇ ਨੇ, ਉਹ ਛੰਦਾਂ ਦੀ ਚਾਲ ਕੀ ਹੈ, ਔਰ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਾਣੀ ਉਚਾਰਨ ਕੀਤੀ ਹੈ ਤਾਂ ਮੀਨਿੰਗ ਕੀ ਹੈ। ਤੇ ਰਾਵਣ ਤੇ 4 ਵੇਦਾਂ ਦਾ ਭਗਤਾ ਸੀ, ਔਰ ਗਿਆਨੀ ਸੀ, ਆਤਮ ਗਿਆਨੀ ਸੀ, ਕੱਲਾ ਕਾਮੀ ਨਹੀਂ ਸੀ, ਕੱਲਾ ਹੰਕਾਰੀ ਨਹੀਂ ਸੀ, ਕੱਲਾ ਕ੍ਰੋਧੀ ਹੋਈ ਨਹੀਂ ਸੀ। 4 ਵੇਦ ਉਸ ਨੂੰ ਜ਼ਬਾਨੀ ਜਾਤ ਸਨ, ਔਰ 4 ਵੇਦਾਂ ਦੀ ਉਹ ਕਥਾ ਕਰਦਾ ਸੀ, ਉਸ ਨੂੰ ਸਾਰਾ ਗਿਆਨ ਹਾਸਲ ਸੀ, ਔਰ ਆਪਣੇ ਇਸ਼ਟ ਦਾ ਪੱਕਾ ਪ੍ਰੇਮੀ ਸੀ। ਮਹਾਰਾਜ ਕਹਿੰਦੇ ਕਿ ਸ਼ਿਵਾ ਅੱਗੇ ਅਰਦਾਸ ਕਰਦਾ ਕਿ ਜੇ ਤੇਰਾ ਹੱਥ ਬਖਸ਼ਿਸ਼ ਵਾਲਾ ਮੇਰੇ ਸਿਰ ਤੇ ਨਹੀਂ ਤੇ ਮੈਂ ਸਿਰ ਕੀ ਕਰਨਾ, ਕੱਟ ਕੇ ਅੱਗੇ ਰੱਖ ਦਿੱਤਾ। ਰਾਵਣ ਹੋਤੇ ਸੋ ਰੰਕਨ ਹੈ ਜਿਨ ਸਿਰ ਦੀਨੇ ਕਾਟ। ਹੁਣ ਅੱਜ ਦੇ ਗਿਆਨੀ ਜੋ ਮਰਜ਼ੀ ਕਹੀ ਜਾਣ ਕਿ ਉਹਨੇ ਕੱਟਿਆ ਨਹੀਂ ਸੀ ਸਿਰ, ਜੇ ਉਸਨੇ ਸਿਰ ਕੱਟ ਦਿੱਤਾ ਤੇ ਜਿਉਂਦਾ ਕਿੱਦਾਂ ਹੋ ਗਿਆ? ਜਾਂ ਕਹਿ ਦੇਣ ਕਿ ਉਹਦੇ 10 ਸਿਰ ਹੀ ਨਹੀਂ ਸਨ, ਉਹਨੂੰ 10 ਸਿਰਾਂ ਵਾਲਾ 10 ਦਿਮਾਗਾਂ ਵਾਲਾ ਕਿਹਾ ਜਾਂਦਾ ਸੀ। ਮਹਾਰਾਜ ਸਾਹਿਬ ਜੀ ਨੂੰ ਬਾਰ-ਬਾਰ ਲਿਖਣ ਦੀ ਲੋੜ ਕੀ ਸੀ? ਮਹਾਰਾਜ ਸਾਹਿਬ ਜੀ ਨੇ ਸਾਨੂੰ ਕਿਉਂ ਝੂਠ ਦੇ ਪ੍ਰਮਾਣ ਦੇਣੇ ਸੀ? ਭਾਈ ਕਾਹਨ ਸਿੰਘ ਨਾਭਾ ਨੂੰ ਪੜ੍ਹ ਲਓ, ਉਸਨੇ ਵੀ ਲਿਖਿਆ ਕਿ ਸੀਸ ਧਾਰੀ ਹੈ। ਰਾਮਾ ਅਵਤਾਰ ਪੜ੍ਹ ਲਓ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ। ਦਾਸ ਜਦੋਂ ਸੰਥਿਆ ਕਰਦਾ ਸੀ ਨਾ ਦਸਮ ਦੀ, ਤੇ ਸਾਨੂੰ ਮਹਾਂਪੁਰਖਾਂ ਨੇ ਬੜੀ ਰੀਝ ਨਾਲ ਉਹ ਸੰਥਿਆ ਕਰਾਈ। ਅੱਜ ਵੀ ਮੇਰੇ ਕੋਲੇ ਭਾਗ ਹੈ, ਮੈਂ ਹੁਣ ਵੀ ਪੜ੍ਹ ਕੇ ਆਇਆ, ਕਿਉਂਕਿ ਜਦੋਂ ਸਾਨੂੰ ਕਥਾ ਕਰਨੀ ਪੈਂਦੀ ਤੇ ਦੇਖਣੇ ਪੈਂਦੇ ਆ। ਰਾਮਾ ਅਵਤਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਸਾਰੀ ਹਿਸਟਰੀ ਲਿਖੀ ਹੈ। ਤੇ ਪਿਆਰਿਓ, ਇਹ ਤੇ ਜਿਹੜੀ ਕਹਾਣੀ ਹੈ ਨਾ ਦੁਸ਼ਹਿਰੇ ਵਾਲੀ, ਇਹ ਤੇ ਤ੍ਰੇਤੇ ਦੀ ਹੈ। ਤੁਸੀਂ ਦੱਸੋ ਕਿਹੜਾ ਗ੍ਰੰਥ ਹੈ ਤ੍ਰੇਤੇ ਵਾਲਾ ਤੁਸੀਂ ਪੜ੍ਹ ਲਓਗੇ ਉਹਨਾਂ ਦੀ ਸੰਸਕ੍ਰਿਤ ਦਾ? ਦੁਨੀਆ ਦੀਆਂ ਲਾਇਬ੍ਰੇਰੀਆਂ ਜਿੰਨੀਆਂ ਕੋ ਭਰੀਆਂ ਪਈਆਂ ਨੇ ਨਾ ਸਿੱਖ ਧਰਮ ਦੇ ਅੰਦਰ, ਇਹ ਕਲਗੀਧਰ ਪਾਤਸ਼ਾਹ ਜੀ ਦੀ ਦੇਣ ਹੈ। ਅੱਜ ਜਿੰਨੇ ਮਰਜ਼ੀ ਪੰਥ ਵਿਰੋਧੀ ਬੋਲੀ ਜਾਣ ਦਸਮ ਦੇ, ਇਹ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਹੜੀ 24 ਅਵਤਾਰਾਂ ਦੀ ਕਥਾ ਲਿਖੀ ਹੈ ਨਾ, ਇੱਕ ਤੇ ਪੜ੍ਹ ਕੇ ਦੇਖਿਓ ਜਿਨ੍ਹਾਂ ਨੇ ਅਜੇ ਨਹੀਂ ਪੜ੍ਹੀ, ਫਿਰ ਪਤਾ ਲੱਗੇਗਾ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਕਾਨੀ ਨੇ ਜੋ ਲਿਖ ਦਿੱਤਾ ਹੈ ਨਾ, ਦੁਨੀਆ ਦੇ ਪਾਠਕ ਵੀ ਆਸ਼-ਆਸ਼ ਕਰ ਉੱਠਦੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਕਲਮ ਨੇ ਬਾ ਕਮਾਲ ਲਿਖਿਆ। ਕਿਉਂ ਲਿਖਿਆ? ਮੈਂ ਆਪਣਾ ਸੁਧ ਤੋਹੇ ਨਿਵਾਜਾ, ਪੰਥ ਪਰਚਰ ਕਰਬੇ ਕੋ ਸਾਜਾ।
ਮਹਾਰਾਜ ਸਾਹਿਬ ਜੀ ਕਹਿੰਦੇ ਮੈਨੂੰ ਅਕਾਲ ਪੁਰਖ ਨੇ ਭੇਜਿਆ ਤੇ ਜੋ ਬੋਲਾਂਗਾ ਜੋ ਲਿਖਾਂਗਾ ਸੱਚ ਲਿਖਾਂਗਾ। ਰਾਮਾ ਅਵਤਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਰਾ ਕੁਝ ਖੋਲ੍ਹ ਕੇ ਲਿਖ ਦਿੱਤਾ। ਉੱਥੇ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦਹਿਸਰ ਦਾ ਜ਼ਿਕਰ ਕੀਤਾ। ਭਾਈ ਕਾਹਨ ਸਿੰਘ ਨਾਭਾ ਨੇ ਵੀ 10 ਸੀਸ ਧਾਰੀ ਲਿਖਿਆ। ਉਸਨੇ ਇਕੱਲੇ 10 ਸਿਰ ਨਹੀਂ ਲਿਖੇ, ਉਸਨੇ 10 ਸੀਸ ਧਾਰੀ ਸ਼ਬਦ ਵਰਤਿਆ। ਹੁਣ ਜਿਸ ਦੇ 10 ਸਿਰ ਹੋਣਗੇ ਹੀ ਨਾ, ਫੇਰ ਹੀ ਉਸ ਨੂੰ 10 ਸੀਸ ਧਾਰੀ ਕਿਹਾ ਜਾ ਸਕਦਾ, 10 ਦਿਮਾਗਾਂ ਵਾਲਾ ਤਾਂ ਨਹੀਂ ਕਿਹਾ ਜਾ ਸਕਦਾ। ਤੇ ਅੱਜ ਦੇ ਵਿਦਵਾਨ ਉੱਠ ਕੇ ਕਹਿਣ ਲੱਗ ਜਾਣ ਕਿ 10 ਦਿਮਾਗਾਂ ਵਾਲਾ 10 ਸਿਰ ਹੋ ਹੀ ਨਹੀਂ ਸਕਦੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਰੋਵੈ ਦਹਿਸਰ ਲੰਕ ਗਵਾਏ। 10 ਸਿਰਾਂ ਵਾਲਾ ਸੀ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਵੀ ਲਿਖਦੇ ਨੇ ਕਿ ਜੇ ਉਹ ਕੰਗਾਲ ਹੁੰਦਾ ਤੇ ਫਿਰ ਉਸ ਨੂੰ ਸ਼ਿਵਾਂ ਦੇ ਨਾਲ ਇਹ ਸਾਰਾ ਕੁਝ ਕਰਨ ਦੀ ਕੀ ਲੋੜ ਸੀ। ਤੇ ਜੇ ਉਹ ਅਮੀਰ ਸੀ, ਕਿਉਂਕਿ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ, ਜੇ ਉਹ ਅਮੀਰ ਸੀ ਕਿਉਂਕਿ ਸੋਨੇ ਦੀ ਲੰਕਾ ਸੀ ਉਹਦੇ ਕੋਲ, ਇੰਨਾ ਅਮੀਰ ਸੀ ਤੇ ਫਿਰ ਤੇ ਉਹਦੇ ਵੱਟੇ ਉਹਦੀ ਸੱਟ ਤੇ ਭਾਵ ਉਹਦੇ ਸੱਟੇ ਤੇ ਪੈਸੇ ਦੇ ਜਾਂ ਸੋਨੇ ਤੇ ਜੋ ਮਰਜ਼ੀ ਸਿਵਾ ਤੋਂ ਲੈ ਲੈਂਦਾ। ਫਿਰ ਉਸ ਨੂੰ ਸਿਰ ਵੱਢਣ ਦੀ ਕੀ ਲੋੜ ਸੀ। ਜਿਹੜੀ ਉਹ ਚੌਬੋਲੇ ਬਾਣੀ ਹੈ ਨਾ, ਉਹ ਸਵਾਲ ਵੀ ਕਰਦੀ ਹੈ ਤੇ ਉਹ ਆਨਸਰ ਵੀ ਦਿੰਦੀ ਹੈ। ਜਿੱਥੇ ਸੰਮਨ ਤੇ ਮੂਸਨ ਦੇ ਪ੍ਰੇਮ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਜਾਗਰ ਕੀਤਾ, ਉੱਥੇ ਉਦਾਹਰਣ ਦਿੱਤੀ ਹੈ ਨਾਲ ਰਾਵਣ ਦੀ, ਕਿ ਉਸ ਦਾ ਕੈਸਾ ਪੱਕਾ ਪ੍ਰੇਮ ਸੀ ਸਿਵਾਂ ਦੇ ਨਾਲ ਕਿ ਆਪਣਾ ਸੀਸ ਉਸਨੇ ਵੱਢ ਵੱਢ ਕੇ ਸਿਵਾਂ ਦੇ ਅੱਗੇ ਰੱਖਿਆ। ਆਤਮ ਗਿਆਨੀ ਸੀ, ਕੋਈ ਇੱਧਰ ਉੱਧਰ ਦੇ ਜੱਕੜ ਮਾਰਨ ਵਾਲਾ ਨਹੀਂ ਸੀ। ਜੇ ਸ੍ਰੀ ਰਾਮਚੰਦਰ ਜੀ ਵਿਸ਼ਿਸ਼ਟ ਤੋਂ ਪੜ੍ਹੇ ਹੋਏ, ਧਰਮ ਅਧਿਐਨ ਕੀਤਾ ਹੋਇਆ ਸੀ, ਇੱਧਰ ਇਹ ਸ਼ਿਵਾਂ ਦਾ ਪੱਕਾ ਪੁਜਾਰੀ ਸੀ, ਸੇਵਕ ਸੀ ਔਰ 4 ਵੇਦਾਂ ਦਾ ਗਿਆਤਾ ਸੀ, ਆਤਮ ਗਿਆਨੀ ਸੀ, 4 ਵੇਦਾਂ ਦੀ ਕਥਾ ਕਰਦਾ ਸੀ ਔਰ ਜਾਣਦਾ ਸੀ, ਬ੍ਰਾਹਮਣ ਸੀ। ਹੁਣ ਰਾਮਾ ਅਵਤਾਰ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਜੋ ਇਹ ਸਾਨੂੰ ਲਿਖ ਕੇ ਇਹਨਾਂ ਦਾ ਅਧਿਐਨ ਕਰਵਾਇਆ ਹੈ, ਜੇ ਉਸ ਨੂੰ ਦੇਖੀਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤੇ ਪਹਿਲਾਂ ਜਿਹੜਾ ਸ੍ਰੀ ਰਾਮਚੰਦਰ ਜੀ ਦਾ ਵੰਸ਼ ਹੈ ਉਹ ਦੱਸਿਆ ਕਿ ਕਿਵੇਂ ਆਇਆ, ਕਿਵੇਂ ਰਘੂ ਰਾਜੇ ਦਾ ਜਨਮ ਹੁੰਦਾ ਔਰ ਆਪਣਾ ਰਾਜ ਭਾਗ ਸਥਾਪਿਤ ਕਰਦਾ। ਉਸ ਦੇ ਅੱਗੇ ਸਪੁੱਤਰ ਹੁੰਦੇ ਆ, ਉਹਨਾਂ ਦੀ ਕੁਲ ਦੇ ਵਿੱਚ ਦਸ਼ਰਥ ਦਾ ਜਨਮ ਹੁੰਦਾ। ਦਸ਼ਰਥ ਦੇ ਘਰ ਸ੍ਰੀ ਰਾਮਚੰਦਰ ਜੀ ਅਵਤਾਰ ਧਾਰਨ ਕਰਦੇ ਨੇ ਔਰ ਰਾਮਚੰਦਰ ਜੀ ਦੇ ਅਵਤਾਰ ਧਾਰਨ ਕਰਨ ਤੋਂ ਬਾਅਦ ਕਿਵੇਂ ਵਸ਼ਿਸ਼ਟ ਜੀ ਤੋਂ ਉਹ ਵਿੱਦਿਆ ਪੜ੍ਹਦੇ ਨੇ, ਫਿਰ ਲక్ష్మణ ਜੀ ਨਾਲ ਵਿੱਦਿਆ ਬਰਾਬਰ ਦੀ ਪੜ੍ਹਦੇ ਨੇ। ਇਸੇ ਤਰ੍ਹਾਂ ਵਿੱਦਿਆ ਦੇ ਵਿੱਚ ਨਿਪੁੰਨ ਹੁੰਦੇ ਨੇ, ਸ਼ਸਤਰਧਾਰੀ ਹੁੰਦੇ ਨੇ, ਇਸ ਵਿੱਦਿਆ ਦੇ ਵਿੱਚ ਵੀ ਨਿਪੁੰਨ ਹੁੰਦੇ ਨੇ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਰਾ ਕੁਝ ਲਿਖਿਆ ਹੈ। ਇਸੇ ਤਰ੍ਹਾਂ ਫਿਰ ਜਿਹੜਾ ਇਸ ਦੀਆਂ ਮਾਤਾਵਾਂ ਰਾਜੇ ਦੀਆਂ 4 ਰਾਣੀਆਂ ਦਸ਼ਰਥ ਦੀਆਂ, ਉਹ ਜਿਹੜੀ ਕਕਈ ਸੀ ਉਹ ਕਿਵੇਂ ਆਪਣੇ ਪਤੀ ਤੋਂ ਆਪਣੇ ਪੁੱਤਰ ਲਈ ਵਰ ਮੰਗਦੀ ਹੈ ਔਰ ਸਮਾਂ ਆਉਣ ਤੇ ਉਹ ਸਮਾਂ ਰੱਖਦੀ ਹੈ। ਸਮਾਂ ਆਉਣ ਤੇ ਸ੍ਰੀ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਦਿਵਾਉਂਦੀ ਹੈ, ਆਪਣੇ ਪੁੱਤਰ ਨੂੰ ਰਾਜ ਸਿੰਘਾਸਣ ਤੇ ਬਿਠਾਉਂਦੀ ਹੈ। ਸ੍ਰੀ ਰਾਮਚੰਦਰ ਜੀ ਬਨਵਾਸ ਤੇ ਚਲੇ ਜਾਂਦੇ ਨੇ ਔਰ ਬਨਵਾਸ ਤੇ ਜਾਂਦਿਆਂ ਹੋਇਆਂ ਇਹ ਮਹਾਰਾਸ਼ਟਰ ਦੀ ਧਰਤੀ ਪੈਂਦੀ ਹੈ, ਜਿੱਥੇ ਨਾਸਕ ਸ਼ਹਿਰ ਹੈ ਨਾ, ਇੱਥੇ ਦੀ ਗੱਲ ਹੈ। ਨਾਸਕ ਸ਼ਹਿਰ ਸਰੂਪ ਨਖਾ ਰਾਵਣ ਦੀ ਭੈਣ ਦੇ ਨਾਮ ਤੋਂ ਬਣਿਆ, ਜਿੱਥੇ ਲక్ష్మణ ਨੇ ਨੱਕ ਵੱਢਿਆ। ਨਾਸ਼ਕ ਨਾਮ ਸੰਸਕ੍ਰਿਤ ਦੇ ਵਿੱਚ ਨੱਕ ਦਾ ਹੈ ਔਰ ਨੱਕ ਵੱਢਣ ਤੋਂ ਇੱਥੇ ਸਰੂਪ ਨਖਾ ਦਾ ਮੰਦਿਰ ਵੀ ਹੈ ਨਾਸਕ ਦੇ ਵਿੱਚ। ਇੱਥੇ ਸਾਰੀ ਜਿਹੜੀ ਸਰੂਪ ਨਖਾ ਦਾ ਆਉਣਾ ਔਰ ਕਿਉਂਕਿ ਉਸ ਸਮੇਂ ਦਾ ਇਹ ਰਿਵਾਜ ਸੀ ਕਿ ਬੱਚੀਆਂ ਆਪਣਾ ਸਵੰਬਰ ਆਪ ਰਚਦੀਆਂ ਹੁੰਦੀਆਂ ਸੀਗੀਆਂ। ਸੀਤਾ ਜੀ ਨੇ ਵੀ ਆਪ ਰਚਿਆ ਹੈ। ਇਸੇ ਤਰ੍ਹਾਂ ਸਰੂਪ ਨਖਾ ਵੀ ਆਈ ਹੈ। ਉਸ ਨੇ ਲక్ష్మణ ਨੂੰ ਦੇਖਿਆ ਸੁੰਦਰ ਤੇ ਸਡੌਲ ਸਰੀਰ ਦੇਖ ਕਰਕੇ ਉਸਨੇ ਸੋਚਿਆ ਮੇਰੇ ਲਈ ਇਹੀ ਵਰ ਯੋਗ ਹੋਵੇਗਾ। ਉਸ ਵਕਤ ਇਸ ਨੇ ਆਪਣੀ ਜਿਹੜੀ ਸਵੰਬਰ ਦੀ ਮਾਲਾ ਸੀ ਉਹ ਲక్ష్మణ ਦੇ ਗਲ ਵਿੱਚ ਪਾਉਣੀ ਚਾਹੀ। ਲక్ష్మణ ਨੇ ਇਨਕਾਰ ਕਰ ਦਿੱਤਾ ਕਿ ਮੈਂ ਤੇ ਕੁਆਰਾ ਰਹਿਣ ਦੀ ਪ੍ਰਤੱਗਿਆ ਕੀਤੀ ਹੈ ਤੇ ਰਹਿਣਾ ਵੀ ਆਪਣੇ ਭਰਾ ਦੇ ਨਾਲ ਹੈ, ਇਹ ਮੇਰੀ ਪ੍ਰਤੱਗਿਆ ਹੈ, ਇਸ ਕਰਕੇ ਮੈਂ ਵਿਆਹ ਨਹੀਂ ਕਰ ਸਕਦਾ,
ਤੂੰ ਮੇਰੇ ਭਰਾ ਰਾਮਚੰਦਰ ਨੂੰ ਪੁੱਛ ਲੈ। ਉਹ ਰਾਮਚੰਦਰ ਕੋਲੇ ਜਾਂਦੀ ਹੈ। ਰਾਮਚੰਦਰ ਜੀ ਨੇ ਇਨਕਾਰ ਕਰ ਦਿੱਤਾ। ਉਸਨੇ ਫਿਰ ਲਛਮਣ ਵੱਲ ਭੇਜਿਆ। ਲਛਮਣ ਨੇ, ਕਿਉਂਕਿ ਜਿੱਥੇ ਸ੍ਰੀ ਰਾਮਚੰਦਰ ਜੀ ਦਇਆਵਾਨ ਸੀ, ਮਰਿਆਦਾ ਪੁਰਸ਼ੋਤਮ ਸੀ, ਉੱਥੇ ਲਛਮਣ ਜੀ ਥੋੜ੍ਹੇ ਜਿਹੇ ਕ੍ਰੋਧੀ ਸਨ। ਇਤਿਹਾਸਕਾਰਾਂ ਨੇ ਵੀ ਇਹ ਜ਼ਿਕਰ ਕੀਤਾ ਹੈ। ਸੋ ਉਸ ਵਕਤ ਜਦੋਂ ਸਰੂਪਨਖਾ ਨੇ ਜਿੱਦ ਕੀਤੀ ਹੈ ਤੇ ਲਛਮਣ ਨੇ ਫਿਰ ਨੱਕ ਵੱਢਿਆ। ਇਹ ਪਹਿਲ ਲਛਮਣ ਦੀ ਹੈ, ਨਾ ਕਿ ਰਾਵਣ ਦੀ। ਜਿੱਥੇ ਰਾਵਣ ਦੀ ਗਲਤੀ ਹੈ ਉੱਥੇ ਸਤਿਗੁਰਾਂ ਨੇ ਲਿਖੀ ਹੈ, ਪਰ ਜਿੱਥੇ ਇਹਨਾਂ ਦੀ ਗਲਤੀ ਹੈ ਲਛਮਣ ਦੀ, ਉਹ ਵੀ ਲਿਖੀ ਹੈ ਕਿ ਇਹ ਗਲਤੀ ਪਹਿਲੀ ਪਹਿਲ ਲਛਮਣ ਦੀ ਹੈ। ਲਛਮਣ ਨੇ ਉਹਦੀ ਭੈਣ ਦਾ ਨੱਕ ਵੱਢਿਆ। ਹੁਣ ਦੁਨੀਆ ਦੇ ਵਿੱਚ ਵੇਖ ਲਓ, ਕਿਸੇ ਦੀ ਭੈਣ ਦੇ ਨਾਲ ਕੋਈ ਬਦਸਲੂਕੀ ਕਰੇ ਤੇ ਕੋਈ ਨਹੀਂ ਜਰਦਾ, 7 ਪੀੜ੍ਹੀਆਂ ਦਾ, 7 ਕੁਲਾਂ ਦਾ ਇਹ ਵੈਰ ਪੈ ਜਾਂਦਾ ਕਿ ਤੂੰ ਮੇਰੀ ਭੈਣ ਵੱਲ ਕਿਵੇਂ ਉਂਗਲ ਉਠਾਈ ਹੈ। ਤੇ ਲਛਮਣ ਨੇ ਤੇ ਰਾਵਣ ਦੀ ਭੈਣ ਦਾ ਨੱਕ ਵੱਢਿਆ ਸੀ, ਤੇ ਫਿਰ ਉਸ ਨੂੰ ਬਦਲੇ ਦੀ ਭਾਵਨਾ ਜਾਗੀ ਔਰ ਉਸਨੇ ਉਥੋਂ ਲੰਕਾ ਤੋਂ ਇਹ ਮਨ ਬਣਾਇਆ ਕਿ ਮੈਂ ਹੁਣ ਰਾਮਚੰਦਰ ਦਾ ਨੱਕ ਵੱਢਣਾ। ਹੁਣ ਕਿਸੇ ਦਾ ਨੱਕ ਵੱਢਣਾ ਹੋਵੇ, ਹੁਣ ਉਸਨੇ ਤਾਂ ਉਹਦੀ ਭੈਣ ਦਾ ਨੱਕ ਵੱਢਿਆ ਸੀ, ਹੁਣ ਦੂਸਰੇ ਦਾ ਨੱਕ ਵੱਢਣਾ ਹੋਵੇ ਤਾਂ ਉਸਦੇ ਘਰ ਦੇ ਵਿੱਚ ਜਾ ਕੇ ਘੁਸਣਾ ਪੈਂਦਾ, ਫੇਰ ਨੱਕ ਵੱਢਿਆ ਜਾਂਦਾ। ਉਸਨੇ ਤਾਂ ਕਰਕੇ ਇਹ ਜਨਾਨੀ ਚਰਾਈ ਸੀ, ਭਾਵ ਕਿ ਸੀਤਾ ਨੂੰ ਤਾਂ ਚੁੱਕ ਕੇ ਲੈ ਕੇ ਗਿਆ ਸੀ। ਪਰ ਇੱਥੇ ਰਾਵਣ ਦੀ ਗਲਤੀ ਹੈ, ਇਸ ਬਦਲੇ ਦੀ ਭਾਵਨਾ ਨੂੰ ਹੋਰ ਤਰੀਕੇ ਨਾਲ ਵੀ ਲੈ ਸਕਦਾ ਸੀ, ਉਸ ਨੂੰ ਇਹ ਕੁਕਰਮ ਨਹੀਂ ਸੀ ਕਰਨਾ ਚਾਹੀਦਾ। ਤਾਂ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਮੂਰਖ ਹੈ। ਮੂਰਖ ਦਾ ਦਰਜਾ ਇਸ ਨੂੰ ਤਾਂ ਪ੍ਰਾਪਤ ਹੋਇਆ। ਇਹਨਾਂ 4 ਵੇਦਾਂ ਦਾ ਬਗਤਾ ਹੋਵੇ, ਆਤਮ ਗਿਆਨੀ ਹੋਵੇ, ਇਹਨਾਂ ਵਿਦਵਾਨ ਹੋਵੇ, ਫਿਰ ਉਤੋਂ ਬ੍ਰਾਹਮਣ ਹੋਵੇ ਤੇ ਸ਼ਿਵਾਂ ਦਾ ਪੱਕਾ ਪੁਜਾਰੀ ਹੋਵੇ ਤੇ ਕੁਕਰਮ ਏਡਾ ਭੈੜਾ ਕਰੇ। ਇਧਰੋਂ ਇਸਨੇ ਭੇਖ ਸੂਰਮਗਤੀਆਂ ਵਾਲਾ ਨਹੀਂ ਧਾਰਨ ਕੀਤਾ। ਜੇ ਸੂਰਮਾ ਹੁੰਦਾ, ਸ਼ਸਤਰ ਧਾਰੀ ਹੋ ਕੇ ਆਉਂਦਾ ਔਰ ਡੰਕੇ ਦੀ ਚੋਟ ਦੇ ਨਾਲ ਸੀਤਾ ਨੂੰ ਲਿਜਾਂਦਾ ਤੇ ਫੇਰ ਪਤਾ ਲੱਗਦਾ ਕਿ ਇਹ ਸੂਰਮਾ ਸੀ। ਭੇਖ ਇਸਨੇ ਉਦਾਸੀਆਂ ਵਾਲਾ ਬਣਾ ਲਿਆ, ਡਮਰੂ ਦਾ ਖੜਕਾਇਆ, ਆਟਾ ਮੰਗਣ ਦੇ ਬਹਾਨੇ ਸੀਤਾ ਨੂੰ, ਭਾਵੇਂ ਲਛਮਣ ਜੀ ਨੇ ਰਾਮ ਕਾਰਵਾਈ ਹੋਈ ਸੀ ਕਿ ਰਾਮ ਕਾਰ ਤੋਂ ਪਾਰ ਪੈਰ ਨਹੀਂ ਪਾਉਣਾ, ਸੀਤਾ ਜੀ ਨੇ ਆਪਣੀ ਇਸ ਮਰਿਆਦਾ ਦੀ ਉਲੰਘਣਾ ਕੀਤੀ ਤੇ ਦੁੱਖ ਪਾਇਆ। ਉਹ ਚੁੱਕ ਕੇ ਲੈ ਗਿਆ। ਉਸ ਵਕਤ ਬਾਲੀ ਤੇ ਸੁਗਰੀਵ ਦਾ ਯੁੱਧ ਸੀ, ਆਪਸ ਦੇ ਵਿੱਚ ਵੈਰ ਚੱਲਦਾ ਸੀ ਦੋਨਾਂ ਭਰਾਵਾਂ ਦਾ। ਜਦੋਂ ਸ੍ਰੀ ਰਾਮਚੰਦਰ ਜੀ ਦੇ ਨਾਲ ਸੁਗਰੀਵ ਦਾ ਮਿਲਾਪ ਹੋਇਆ, ਫਿਰ ਬਾਲੀ ਨੂੰ ਹਰਾਇਆ। ਬਾਲੀ ਨੂੰ ਹਰਾ ਕੇ ਯੁੱਧ ਦੇ ਵਿੱਚ ਤੇ ਇਹਨਾਂ ਦਾ ਸਮਝੌਤਾ ਕਰਾਇਆ। ਉਸ ਵਕਤ ਬਾਲੀ ਪੁੱਤਰ ਅੰਗਦ ਨੂੰ ਸ੍ਰੀ ਰਾਮਚੰਦਰ ਜੀ ਨੇ ਰਾਵਣ ਦੇ ਕੋਲ ਭੇਜਿਆ ਲੰਕਾ ਦੇ ਵਿੱਚ, ਸ਼ਾਂਤੀ ਦੂਤ ਬਣਾ ਕੇ, ਕਿ ਅਜੇ ਵੀ ਉਹ ਮੰਨ ਜੇ, ਆਪਣੀ ਗਲਤੀ ਦਾ ਸਵੀਕਾਰ ਕਰ ਲੈ, ਅਸੀਂ ਉਸ ਨੂੰ ਮਾਫ ਕਰ ਦਿਆਂਗੇ। ਪਰ ਰਾਵਣ ਫਿਰ ਇੱਥੇ ਇਹਦਾ ਹੰਕਾਰ ਪ੍ਰਗਟ ਹੁੰਦਾ, ਇਹ ਫਿਰ ਵੀ ਨਹੀਂ ਮੰਨਿਆ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਰਾਮਾ ਅਵਤਾਰ 'ਚ ਲਿਖੇ ਨੇ। ਉਸ ਵਕਤ ਫਿਰ ਜਦੋਂ ਸ੍ਰੀ ਰਾਮਚੰਦਰ ਜੀ ਚੜ੍ਹਾਈ ਕਰਕੇ ਜਾਂਦੇ ਨੇ, ਸੁਗਰੀਵ ਦੀ ਸਾਰੀ ਸੈਨਾ, ਹਨੂਮਾਨ ਸੇਵਕ ਬਣ ਜਾਂਦਾ। ਹਨੂਮਾਨ ਦੇ ਰਾਹੀਂ ਪਤਾ ਲੱਗਦਾ ਕਿ ਅਸ਼ੋਕ ਵਨ ਦੇ ਵਿੱਚ ਸੀਤਾ ਜੀ ਅਡੋਲ ਬੈਠੇ ਨੇ। ਪਰ ਜਿੱਥੇ ਉਹਦੀ ਪਵਿੱਤਰਤਾ ਦੀ ਗੱਲ ਆਉਂਦੀ ਹੈ ਰਾਵਣ ਦੀ, ਉੱਥੇ ਪਵਿੱਤਰਤਾ ਵੀ ਕਾਇਮ ਹੈ। ਸੀਤਾ ਨੂੰ ਆਪਣੇ ਮਹਿਲਾਂ ਦੇ ਵਿੱਚ ਲੈ ਕੇ ਨਹੀਂ ਗਿਆ, ਆਪਣੇ ਮਹਿਲਾਂ ਤੋਂ ਬਹੁਤ ਦੂਰ ਅਸ਼ੋਕ ਵਨ ਦੇ ਵਿੱਚ ਰੱਖਿਆ ਔਰ ਉਸ ਨੂੰ ਕਿਹਾ ਕੁਛ ਨਹੀਂ, ਕੋਈ ਔਗਣ ਨਹੀਂ ਕੀਤਾ ਉਸਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਅੰਦਰ ਵੀ ਜ਼ਿਕਰ ਆਉਂਦਾ ਨਾ ਕਿ ਦਾਦੀ ਲੈ ਲੰਕਾ ਗੜ, ਉਪਾੜੀ ਲੈ ਰਾਵਣ ਬਣ, ਸਲ ਬਿਸਲ ਆਣ ਤੋਖੀ ਲੈ ਹਰੀ, ਕਰਮ ਕਰ ਕਸੌਟੀ ਮਫੀਟਸਰੀ। ਜਿੱਥੇ ਹਨੂਮਾਨ ਜੀ ਦੀ ਗੱਲ ਆਉਂਦੀ ਹੈ ਕਿ ਹਨੂਮਾਨ ਨੇ ਉਹ ਜਦੋਂ ਇਸ ਨੂੰ ਬਾਂਦਰ ਸੈਨਾ ਕਹਿ ਕੇ ਰਾਵਣ ਨੇ ਦੁਰਕਾਰਿਆ ਸੀ ਹਨੂਮਾਨ ਨੂੰ, ਤੇ ਇਸ ਦੀ ਪੂਛ ਨੂੰ ਅੱਗ ਲਾਤੀ ਸੀ, ਤੇ ਪੂਛ ਨੂੰ ਅੱਗ ਲਾਉਣ ਦਾ ਮਸਤਜਾ ਉਸਨੇ ਇਹ ਭੋਗਿਆ ਕਿ ਉਸ ਪੂਛ ਦੇ ਨਾਲ ਸਾਰੀ ਲੰਕਾ ਲੂਹਤੀ ਸੀ ਹਨੂਮਾਨ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਗਤ ਤਰਲੋਚਨ ਜੀ ਦੇ ਰਾਹੀਂ ਧਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਆਉਂਦਾ ਹੈ ਕਿ ਦਾਦੀ ਲੈ ਲੰਕਾ ਗੜ, ਉਪਾੜੀ ਲੈ ਰਾਵਣ ਬਣ, ਸਲ ਬਿਸਲ ਆਣ ਤੋਖੀ ਲੈ ਹਰੀ। ਜਿਹੜੀ ਉਹ ਸੰਜੀਵਨੀ ਬੂਟੀ ਸੀ ਨਾ, ਜਦੋਂ ਜੰਗ ਹੁੰਦਾ ਸੀ ਤੇ ਮੇਘਨਾਥ ਲਛਮਣ ਨੂੰ ਬਰਸ਼ੀ ਮਾਰਨੀ ਚਾਹੁੰਦਾ ਸੀ, ਤੇ ਮੇਘਨਾਥ ਦੀ ਬਰਸ਼ੀ, ਇਹ ਵਿਸ਼ੇਸ਼ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਰਾਮਾ ਅਵਤਾਰ ਦੇ ਵਿੱਚ ਜ਼ਿਕਰ ਕੀਤਾ ਕਿ ਮੇਘਨਾਥ ਬਰਸ਼ੀ ਮਾਰਨੀ ਚਾਹੁੰਦਾ ਸੀ, ਪਰ ਲਛਮਣ ਦੀ ਛਾਤੀ ਦੇ ਵਿੱਚ ਬਰਸ਼ੀ ਨਹੀਂ ਸੀ ਵੱਜਦੀ। ਕਿਉਂ? ਹਨੂਮਾਨ ਸੇਵਕ ਸੀ ਸ੍ਰੀ ਰਾਮਚੰਦਰ ਜੀ ਦਾ, ਤੇ ਸ੍ਰੀ ਰਾਮਚੰਦਰ ਜੀ ਦਾ ਭਰਾ ਸੀ ਲਛਮਣ, ਤੇ ਲਛਮਣ ਦੀ ਪ੍ਰਤੱਗਿਆ ਸੀ ਕਿ ਮੈਂ ਸਾਰੀ ਉਮਰ ਕੁਆਰਾ ਰਹਿਣਾ,
मैं रह के ते अपने भरा दे नाल रहना, सेवक बन के रहना। ते हनुमान सेवक सी, हनुमान अपनी छाती अगे कर दिंदा सी बज्जर दी बना के। जदों छाती 'च बरछी वजदी सी ते हनुमान दे भी नहीं सी खुभदी। मेघनाथ हुण एडा बलवान सी। उस वक्त रावण ने नारद मुनि अगे पुकार कीती कि तूं उत्थे जा ते हनुमान नूं जाके मिल। हुण जिहड़ा नारद मुनि आ, नारद मुनि कीर्तन भगती करदा, हर वक्त नारायण नारायण परमेश्वर दे गुण गाउंदा। जदों नारद मुनि उत्थे आया ते उस वक्त हनुमान जी ने नारद मुनि नूं आए देख के ते उस वक्त नमस्कार करन लग गया। इधर उस नूं गल्ली ला लिया। नारद मुनि जी आउंदे ने, हनुमान जी नमस्कार करन लगदे ने ते मेघनाथ बरछी कढ के एकदम लक्ष्मण दी छाती विच मार दिंदा है। छयंत्र रच लिया। धोखे दे नाल मेघनाथ ने लक्ष्मण दे बरछी मारी, लक्ष्मण बेहोश हो जाता है। इत्थे सतगुरु पातशाह जी ने फिर देखियो टूक दिती है कि खालसा त्यार बर त्यार रहना चाहिए। जदों मैदाने जंग दे अंदर होवे ते पपोलियां गल्लां दे विच नहीं आउणा, उत्थे शस्त्रां दे नाल गल करनी है। जंग दे विच जंगबाजी दे नाल गल होनी चाहिदी है, कदे चिट्ठियां पत्रां दे नाल नहीं। मैं टूक मात्र बाहर निकलदा जदों मुगल खान पहली जंग दे विच श्री गुरु हरगोबिंद पातशाह महाराज साहब जी दे कोल आउंदा है ना, जंग चढ़ाई करके जंग करन लई, ते श्री गुरु हरगोबिंद पातशाह महाराज साहब जी दे नाल 3 पैर जंग करते रहे ने। ते अखीर जो दिखिया ना हुण मेरी हार हुंदी है, ते मुगल खान ने एक चिट्ठी लिखी ते श्री हरगोबिंद पातशाह महाराज साहब जी नूं कहण लगा कि अजे भी तुसीं मेरी गल मन लो, इस हार नूं स्वीकार कर लो, अपने आप नूं समर्पण कर दो, मेरे नाल चलो, मैं बादशाह नूं कह के तुहानूं बख्शा देवांगा। ते छेवें पातशाह ने उसे चिट्ठी दे थल्ले लिख के वापस भेज दित्ती कि मुगलस खान ये मैदाने जंग है, इत्थे वक्त नहीं है अखरां नूं लिखण दा, इत्थे वक्त है शस्त्रां दे नाल पूरने पाउण दा। जे तेरे अंदर हिम्मत है, तू लाहौर तो चढ़ाई करके आया, साडे सामने आ, तैनूं जवाब असीं तलवार दे नाल देवांगे, कलम दे नाल नहीं। जदों मुगलस खान ने सतगुरु पातशाह जी दे ये शब्द पढ़े तो मुगलस खान आप आया अगे। 3 वार मुगलस खान ने 6वें पातशाह दे उपर कीते, महाराज ने तिन्ने खाली कीते। चौथे वार दे विच सतगुरु गुरु हरगोबिंद पातशाह महाराज साहब जी ने रोक के इक्को वार दे नाल जंजेऊ वांगू चीर के रख दित्ती उसनूं संजो दे समेत। सतगुरु गुरु हरगोबिंद पातशाह महाराज साहब जी ने 4 जंग लड़े और चारे जंग 4 पैरां च फतेह कीते है। सतगुरु गुरु गोबिंद सिंह सच्चे पातशाह महाराज साहब जी कहते खालसा त्यार बर त्यार रहना चाहिए, शस्त्र धारी रहना चाहिए, तो मैदाने जंग दे विच जदों भी दुश्मन दे नाल गल करनी होवे ते शस्त्रां दे नाल करनी है, कदे कलम दे नाल नहीं करनी, कदे जबान दे नाल नहीं करनी। जवाब उसनूं शस्त्रां दे नाल ही देना है। जिहड़े पंथ विरोधी कहंदे ने ना कि 10 ग्रंथ पढ़ना नहीं चाहिए, प्यारिओ सानूं वो कमज़ोर करना चाहुंदे ने। वो चाहुंदे ने कि ये नीतियां इन्हां नूं कलगीधर पातशाह महाराज साहब जी ने सिखाईयां ने, किते ये सिख ना जाण, ये कमज़ोर हो जाण, इन्हां नूं पता ना लगे कि किवें ये सारा कुछ करीदा। तो सतगुरु पातशाह महाराज साहब जी सानू रामा अवतार दे विच ये दसदे ने कि किवें इन्हां दा वध कीता। उस वक्त श्री रामचंद्र जी ने चढ़ाई की, जिवें लक्ष्मण मूर्छ हुंदा ते हनुमान जाके संजीवनी बूटी लियाउंदा, उहनूं कहंदे ने सल विसाल आण तोखीले हरी। श्री रामचंद्र जी नूं दित्ती, नचोड़ के लक्ष्मण दे मूँह विच पाई तो उसकी मूर्छता खोल दित्ती सी। उस वक्त 1 लख पूत 1.25 लाख नाती, तेह रामन कर दिया ना बाती। सारा परिवार सारे भरा इहदे मार दिते। इक्को भरा जिसने आके श्री रामचंद्र जी नूं भेद दिता सी विभीषण ने, उही केवल बाकी सी। जदों ये रावण मरन लगा, जदों श्री रामचंद्र जी नूं पता लग गया विभीषण दे राही कि इसकी मौत इसकी नाभि दे विच है, जे नाभि 'च तीर मारांगे तो इसने मरना, तो श्री रामचंद्र जी नूं भेद पता लगा तो तीर मारिया तो रावण सिट लिया। सारा शरीर रावण का तीरां दे नाल विन्निया पिया सी। उस वक्त फिर भी देखो श्री रामचंद्र जी अपने भरा लक्ष्मण नूं कहंदे, लक्ष्मण जा, जिहड़ा धरती दे उपर अज व्यक्ति असीं सुटिया ना, कोई माड़ा व्यक्ति नहीं सी, आत्म ज्ञानी है, 4 वेदां दा भगत है, श्रोमणी ब्राह्मण है, इहदे कोल जा
ਇਹਦੇ ਅੰਤਲੇ ਸਵਾਸ ਨਿਕਲਣ ਤੋਂ ਪਹਿਲਾਂ ਇਹਦੇ ਕੋਲੋਂ ਕੋਈ ਸਿੱਖਿਆ ਲੈ ਆ ਤੇਰੇ ਜੀਵਨ ਦੇ ਵਿੱਚ ਕੰਮ ਆਵੇਗੀ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਸ੍ਰੀ ਰਾਮਚੰਦਰ ਜੀ ਨੇ ਜੰਗ ਕੀਤਾ ਹੋਵੇ ਔਰ ਉਸ ਨੂੰ ਮੈਦਾਨੇ ਜੰਗ ਦੇ ਵਿੱਚ ਜੰਗ ਕਰਕੇ ਮਾਰ ਲਿਆ ਹੋਵੇ, ਤੇ ਫਿਰ ਵੀ ਇਹ ਗੱਲ ਕਹਿੰਦੇ ਹੋਣ ਕਿ ਆਪਣੇ ਭਰਾ ਨੂੰ ਕਿ ਜਾ ਅੰਤਮ ਸਮੇਂ ਦੇ ਸਵਾਸ ਨਿਕਲਣ ਤੋਂ ਪਹਿਲਾਂ ਪਹਿਲਾਂ ਕੋਈ ਸਿੱਖਿਆ ਲੈ ਲੈ, ਫਿਰ ਕੋਈ ਉਹ ਆਮ ਵਿਅਕਤੀ ਹੋਵੇਗਾ। ਉਸ ਵਕਤ ਲਛਮਣ ਜਾਂਦਾ ਤੇ ਸਿਰ ਵਾਲੇ ਪਾਸੇ ਖੜ ਜਾਂਦਾ ਹੈ, ਤੇ ਰਾਵਣ ਆਪਣੀਆਂ ਅੱਖਾਂ ਖੋਲਦਾ ਤੇ ਇਵੇਂ ਹੱਸਦਾ ਜਿਵੇਂ ਕਿਸੇ ਬੱਚੇ ਦੇ ਨਾਲ ਮਜ਼ਾਕ ਕਰੀਦਾ, ਤੇ ਅੱਖਾਂ ਬੰਦ ਕਰ ਲੈਂਦਾ ਹੈ। ਉਸ ਵਕਤ ਲਛਮਣ ਵਾਪਸ ਆਉਂਦਾ ਹੈ। ਸ੍ਰੀ ਰਾਮਚੰਦਰ ਜੀ ਕਹਿਣ ਲੱਗੇ ਕਿ ਜਦੋਂ ਕਿਸੇ ਕੋਲ ਸਿੱਖਿਆ ਲੈਣੀ ਹੋਵੇ ਤੇ ਸਿਰ ਵਾਲੇ ਪਾਸੇ ਨਹੀਂ ਖੜੀਦਾ, ਜਾਂ ਫਿਰ ਜਦੋਂ ਪੈਰਾਂ ਵਾਲੇ ਪਾਸੇ ਜਾ ਕੇ ਖੜਿਆ ਤੇ ਲਛਮਣ ਨੂੰ ਰਾਵਣ ਕਹਿੰਦਾ ਕਿ ਤੈਨੂੰ ਹੁਣ ਸਲੀਕਾ ਆਇਆ, ਕਹਿੰਦਾ ਬਸ ਇੱਕੋ ਖਿਆਲ ਰੱਖੀ, ਅੱਜ ਦਾ ਕੰਮ ਕੱਲ ਤੇ ਨਾ ਛੱਡੀ। ਉਹਦੀ ਅੰਤਲੇ ਬੋਲ ਸਨ, ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਬੋਲ ਕੇ ਕਹਿੰਦੇ ਨੇ, ਕਬੀਰ ਕਾਲ ਕਰੰਤਾ ਅਭੇ ਕਰ ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਦੁਸ਼ਹਿਰਾ ਹਿੰਦੂ ਧਰਮ ਦੇ ਵਿੱਚ ਰਾਵਣ ਨੂੰ ਮਾਰਨ ਤੇ ਸ੍ਰੀ ਰਾਮਚੰਦਰ ਜੀ ਦੀ ਉਹ ਫਤਿਹ ਤੇ ਇਹ ਹਿੰਦੂ ਧਰਮ ਦੇ ਵਿੱਚ ਮਨਾਇਆ ਜਾਂਦਾ ਹੈ। ਹਿੰਦੂ ਧਰਮ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਮਨਾਉਂਦੇ ਨੇ। 9 ਰਾਤਾਂ ਨਵਰਾਤਰੇ ਜਿਸ ਨੂੰ ਕਿਹਾ ਜਾਂਦਾ, ਇਹ ਸਨਾਤਨ ਧਰਮ ਦਾ ਸ਼ਬਦ ਹੈ। 9 ਰਾਤਾਂ 9 ਦੇਵੀਆਂ ਦੀਆਂ ਉਹ ਪੂਜਾ ਕਰਦੇ ਨੇ, ਤੇ ਔਰ ਹਰ ਰਾਤ ਵੱਖਰੀ ਦੇਵੀ ਦੀ ਪੂਜਾ ਕਰਦੇ ਨੇ। ਫਿਰ 10ਵੇਂ ਦਿਨ ਉਹ ਦੁਸ਼ਹਿਰਾ ਮਨਾਉਂਦੇ ਨੇ। ਮੇਘਨਾਥ ਵਰਗੇ ਬੁੱਤਾਂ ਨੂੰ ਬਣਾ ਕੇ ਉਸਦੇ ਭਰਾਵਾਂ ਦੇ ਬੁੱਤ ਬਣਾ ਕੇ ਸਾੜਦੇ ਨੇ। ਅਖੀਰ ਰਾਵਣ ਦਾ ਬੁੱਤ ਸਾੜਦੇ ਨੇ। ਪਰ ਇੱਕ ਗੱਲ ਯਾਦ ਵਿੱਚ ਰੱਖਿਓ ਕਿ ਤੁਸੀਂ ਦੇਖਿਓ ਸਾਰਾ ਦਿਨ ਉਸੇ ਰਾਵਣ ਨੂੰ ਇਹ ਹਿੰਦੂ ਧਰਮ ਮੱਥੇ ਟੇਕਦਾ ਜੇ, ਸਾਰਾ ਦਿਨ ਤੁਸੀਂ ਦੇਖਿਆ ਵੀ ਹੋਵੇਗਾ, ਤੇ ਪਰਿਕਰਮਾ ਵੀ ਕਰਦੇ ਨੇ। ਅਖੀਰ ਤੇ ਸ੍ਰੀ ਰਾਮਚੰਦਰ ਜਦੋਂ ਤੀਰ ਮਾਰਨ ਲੱਗਦੇ ਨੇ, ਜਿਹੜਾ ਨੌਟੰਕੀ ਬਣਾਇਆ ਹੁੰਦਾ, ਜਿਹੜਾ ਕੇਵਲ ਪਹਿਰਾਵਾ ਹੀ ਬਣਾਇਆ ਹੁੰਦਾ, ਉਹ ਜਿਹੜਾ ਸ੍ਰੀ ਰਾਮਚੰਦਰ ਬਣਿਆ ਹੁੰਦਾ, ਉਹ ਵੀ ਪਰਿਕਰਮਾ ਰਾਵਣ ਦੀਆਂ ਕਰਕੇ ਤੇ ਫੇਰ ਤੀਰ ਮਾਰਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇਹ ਸਾਨੂੰ ਨਵੀਨ ਕਰਮ ਦਿੱਤਾ ਹੈ ਕਿ ਤੁਸੀਂ 9 ਰਾਤਾਂ ਜਿਹੜਾ ਉਹ ਦੇਵੀਆਂ ਦੀ ਪੂਜਾ ਕਰਦੇ ਨੇ। ਦੇਵੀ ਨਾਮ ਹੈ ਸ਼ਕਤੀ ਦਾ, ਤੇ ਸ਼ਕਤੀ ਹੈ 2 ਚੀਜ਼ਾਂ ਦੇ ਵਿੱਚ, ਇੱਕ ਗੁਰਬਾਣੀ ਵਿੱਚ ਤੇ ਇੱਕ ਸ਼ਸਤਰਾਂ ਵਿੱਚ। ਸ਼ਸਤਰ ਤੇ ਗੁਰਬਾਣੀ ਇਹ ਦੋਨੇ ਆਪਣੇ ਤਨ ਤੇ ਪਹਿਰ ਕੇ ਰੱਖਣੇ ਨੇ। ਗੁਰਬਾਣੀ ਕੰਠ ਕਰਨੀ ਹੈ ਤੇ ਸ਼ਸਤਰ ਸਰੀਰ ਤੇ ਸਜਾ ਕੇ ਰੱਖਣੇ ਹੈ। ਦੋਨਾਂ ਨੂੰ ਕਦੇ ਨਹੀਂ ਵਿਛੋੜਨਾ। ਗੁਰਬਾਣੀ ਕੰਠ ਤੇ ਪੈਸਾ ਗੰਠ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਹੈ। ਗੁਰਬਾਣੀ ਕੰਠ ਕਰਨੀ ਹੈ, ਸ਼ਸਤਰ ਪਹਿਨ ਕੇ ਰੱਖਣੇ ਨੇ। ਦੁਸ਼ਹਿਰੇ ਤੋਂ 9 ਦਿਨ ਪਹਿਲਾਂ ਸ਼ਸਤਰਾਂ ਦੀ ਪੂਜਾ ਕਰਨੀ, ਸ਼ਬਦਾਂ ਦਾ ਗਾਇਨ ਕਰਨਾ, ਬੀਰਦ ਅਸੀਂ ਸ਼ਬਦ ਪੜ੍ਹਨੇ, ਗੁਰਬਾਣੀ ਦੇ ਸ਼ਬਦ ਪੜ੍ਹਨੇ। ਇਹ ਰਵਾਇਤ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਹਜੂਰ ਸਾਹਿਬ ਦੀ ਧਰਤੀ ਤੇ ਆਪ ਬਖਸ਼ਿਸ਼ ਕੀਤੀ ਹੈ, ਜੋ ਅੱਜ ਤੱਕ ਇਹ ਸਿੱਖ ਧਰਮ ਦੇ ਵਿੱਚ ਪ੍ਰਚਲਿਤ ਹੈ ਔਰ ਇਹ ਰਹੇਗੀ। ਜਦ ਤੱਕ ਗੁਰੂ ਕਾ ਖਾਲਸਾ ਰਹੇਗਾ ਤਦ ਤੱਕ ਇਹ ਰਵਾਇਤ ਇਸੇ ਤਰ੍ਹਾਂ ਚੱਲਦੀ ਰਹੇਗੀ। ਔਰ ਗੁਰੂ ਕਾ ਖਾਲਸਾ ਸਿੱਖ ਧਰਮ ਦੇ ਅੰਦਰ ਜੋ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਨਵੀਨ ਕਰਮ ਬਖਸ਼ਿਸ਼ ਕਰਕੇ ਦਿੱਤਾ ਹੈ, ਇਹ ਸਦਾ ਕਾਇਮ ਰੱਖੇਗਾ। ਇਹ ਰਵਾਇਤਾਂ ਕਦੇ ਮਿਟਦੀਆਂ ਨਹੀਂ। ਜਿੰਨੇ ਮਰਜ਼ੀ ਪੰਥ ਦੁਖੀ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕਰਨ, ਪਰ ਜਿਹੜਾ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੈ, ਉਹ ਇਸੇ ਤਰ੍ਹਾਂ ਸਮਾਗਮ ਕਰਦਾ ਰਹਿੰਦਾ ਹੈ। ਔਰ ਆਪਣੇ ਦੁਸ਼ਹਿਰੇ, ਦੀਵਾਲੀ, ਵਿਸਾਖੀ, ਹੋਲੇ ਮਹੱਲੇ ਇਤਿਆਦਿਕ ਜਿਹੜੇ ਤਿਉਹਾਰ ਨੇ ਇਹ ਮਨਾਉਂਦਾ ਰਹੇਗਾ। ਸੋ ਦਾਸ ਤੋਂ ਵਿਚਾਰਾਂ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਸਮਝ ਕਰਕੇ ਖਿਮਾ ਕਰਨੀ, ਗੁਰੂ ਦਾ ਉਪਦੇਸ਼ ਧਾਰਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਫਤਿਹ ਬੁਲਾਈਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।